ਵਾਹਿਗੁਰੂ 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 ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤੇ, ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਉਸ ਮਾਲਕ ਨਿਰੰਕਾਰ ਵਾਹਿਗੁਰੂ ਦਾ ਸਿਮਰਨ ਕਰੋ, ਜਿਹਦਾ ਸਿਮਰਨ ਕਰਨ ਦੇ ਨਾਲ ਸਾਡੇ ਮਨ ਦੇ ਜਿਹੜੇ ਦੁੱਖ ਨੇ ਉਹ ਦੁੱਖ ਖਤਮ ਹੋ ਜਾਂਦੇ। ਸਭ ਤੋਂ ਵੱਡਾ ਦੁੱਖ ਜਿਹੜਾ ਸਾਨੂੰ ਲੱਗਿਆ ਜਨਮ ਮਰਨ ਦਾ, ਜਿਹੜਾ ਅਸੀਂ ਵਾਰ-ਵਾਰ ਜੰਮਦੇ ਮਰਦੇ, ਜਦੋਂ ਅਸੀਂ ਪਰਮਾਤਮਾ ਨੂੰ ਸਿਮਰਾਂਗੇ ਸਾਡਾ ਇਹ ਵੀ ਦੁੱਖ ਖਤਮ ਹੋ ਜਾਏਗਾ। ਸਤਿਗੁਰੂ ਫਰਮਾਉਂਦੇ, ਨਾਨਕ ਸੋਈ ਸੇਵੀਏ ਜਿਤ ਸੇਵਿਆਂ ਦੁੱਖ ਜਾਏ। ਮਹਾਰਾਜ ਕਹਿੰਦੇ ਵੀ ਉਹਦਾ ਸਿਮਰਨ ਕਰੋ, ਉਹਨੂੰ ਸੇਵੋ ਜਿਹਦਾ ਸਿਮਰਨ ਕੀਤਿਆਂ ਸਾਡਾ ਦੁੱਖ ਖਤਮ ਹੋ ਜਾਏ। ਹੁਣ ਜਦੋਂ ਆਪਾਂ ਇਹ ਮਾਲਕ ਦਾ ਸਿਮਰਨ ਕਰਦੇ, ਸਾਡੇ ਮਨ ਦੇ ਦੁੱਖ ਖਤਮ ਹੁੰਦੇ। ਦੁੱਖ ਕੀ ਹੈ? ਦੁੱਖ ਹੈ ਅਗਿਆਨਤਾ ਦੇ ਵਿੱਚ। ਜਦੋਂ ਅਸੀਂ ਨਹੀਂ ਗੁਰੂ ਦੀ ਮੱਤ ਲੈਂਦੇ, ਨਹੀਂ ਅਸੀਂ ਗੁਰਬਾਣੀ ਗੁਰੂ ਨੂੰ ਮੰਨਦੇ, ਫਿਰ ਅਸੀਂ ਦੁਖੀ ਹੁੰਦੇ। ਕਿਉਂਕਿ ਜੋ ਸਾਨੂੰ ਗੁਰੂ ਸਾਹਿਬ ਸਮਝਾਉਂਦੇ, ਸਾਡੇ ਜੀਵਨ ਦੀ ਜਾਂਚ, ਸਾਨੂੰ ਜਿਉਣ ਦਾ ਢੰਗ ਦੱਸਦੇ, ਜਿਉਣ ਦੀ ਯੁਕਤੀ ਦੱਸਦੇ, ਤਰੀਕਾ ਦੱਸਦੇ ਵੀ ਇਹ ਇੱਕ ਖੇਲ ਹੈ, ਇਸ ਖੇਲ ਨੂੰ ਸਮਝੋ ਵੀ ਇਹ ਅਸੀਂ ਦਿਨ ਦੇ ਸਮੇਂ ਇਸ ਲੋਕ ਵਿੱਚ ਆਉਂਦੇ ਹਾਂ ਖੇਲਣ ਵਾਸਤੇ, ਅਤੇ ਜਦੋਂ ਰਾਤ ਹੁੰਦੀ ਅਸੀਂ ਆਪਦੇ ਦੇਸ਼ ਨੂੰ ਵਾਪਸ ਮੁੜ ਜਾਂਦੇ। ਇਹ ਹੁਣ ਰੋਜ਼ ਦੀ ਰੋਜ਼ ਦਾ ਖੇਲ ਹੈ। ਜੇ ਤਾਂ ਅਸੀਂ ਇਹ ਖੇਲ ਨੂੰ ਚੰਗੀ ਤਰ੍ਹਾਂ ਸਮਝ ਜਾਵਾਂਗੇ ਫਿਰ ਸਾਨੂੰ ਕੋਈ ਦੁੱਖ ਨਹੀਂ ਹੁੰਦਾ। ਦੁੱਖ ਉਦੋਂ ਹੈ ਜਦੋਂ ਅਸੀਂ ਇਹ ਖੇਲ ਨੂੰ ਸਮਝਦੇ ਨਹੀਂ। ਅਸੀਂ ਸਮਝਦੇ ਹਾਂ ਵੀ ਅਸੀਂ ਇਸ ਲੋਕ ਦੇ ਵਾਸੀ ਹਾਂ, ਅਸੀਂ ਕਿਹੜਾ ਇੱਥੋਂ ਜਾਣਾ ਵਾਪਸ, ਫਿਰ ਅਸੀਂ ਦੁਖੀ ਹੁੰਦੇ। ਇਹੋ ਖੇਲ ਸਾਨੂੰ ਰੋਜ਼ ਸਤਿਗੁਰੂ ਸਮਝਾਉਂਦੇ ਇਸੇ ਖੇਲ ਬਾਰੇ, ਫਰਮਾਉਂਦੇ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ।
ਇਹ ਸਾਰਾ ਜਗਤ ਇਸੇ ਖੇਲ ਦੇ ਵਿੱਚ ਖੇਲ ਰਿਹਾ ਅਤੇ ਆਪਾਂ ਵੀ ਖੇਲਣ ਵਾਸਤੇ ਆ ਗਏ। ਹੁਣ ਜਦ ਤੱਕ ਅਸੀਂ ਇਹ ਖੇਲ ਨਹੀਂ ਸਮਝ ਲੈਂਦੇ ਵੀ ਕੀ ਖੇਲ ਹੈ, ਕੌਣ ਖਿਡਾਰੀ ਹੈ, ਕਿਹਦੇ ਨਾਲ ਅਸੀਂ ਖੇਲਣਾ, ਫਿਰ ਜਦ ਤੱਕ ਸਾਨੂੰ ਇਹ ਖੇਲ ਦੀ ਪੂਰੀ ਜਾਣਕਾਰੀ ਨਹੀਂ, ਅਸੀਂ ਇਹ ਖੇਲ ਨੂੰ ਜਿੱਤ ਨਹੀਂ ਸਕਦੇ। ਅਸੀਂ ਇੱਥੋਂ ਹਾਰ ਕੇ ਹੀ ਵਾਪਸ ਜਾਵਾਂਗੇ। ਹੁਣ ਆਪਾਂ ਨੂੰ ਫਿਰ ਜਦੋਂ ਅਸੀਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਸਤਿਗੁਰੂ ਸਾਨੂੰ ਇਹ ਖੇਲ ਦੀ ਜਾਣਕਾਰੀ ਦਿੰਦੇ, ਸਮਝਾਉਂਦੇ, ਪਰ ਇਹ ਖੇਲ ਸਾਨੂੰ ਉੱਦਾਂ ਸਮਝ ਨਹੀਂ ਲੱਗਦੀ। ਉਹਦੇ ਵਾਸਤੇ ਫਿਰ ਇਹ ਆਪਾਂ ਸਿਮਰਨ ਕਰਦੇ, ਕਿਉਂਕਿ ਇਹ ਜਿਹੜੀ ਕਹਾਣੀ ਸਾਰੀ ਚੱਲਦੀ, ਜਿਹਨੂੰ ਅਕਥ ਕਹਾਣੀ, ਅਕਥ ਕਥਾ ਦਾ ਨਾਮ ਦਿੱਤਾ ਗਿਆ, ਇਹ ਸਾਡੇ ਮਨ ਦੀ ਕਹਾਣੀ, ਇਹ ਸਾਡੇ ਮਨ ਦੀ ਸਾਖੀ, ਅਤੇ ਇਹਦੇ ਵਿੱਚ ਸਾਰਾ ਸਾਨੂੰ ਸੂਖਮ ਦਾ ਗਿਆਨ ਦਿੱਤਾ ਜਾਂਦਾ। ਹੁਣ ਇੱਕ ਤਾਂ ਹੁੰਦੀਆਂ ਦ੍ਰਿਸ਼ਟਮਾਨ ਕਹਾਣੀਆਂ, ਜਿਵੇਂ ਆਪਾਂ ਨੂੰ ਕੋਈ ਸਾਖੀ ਸੁਣਾ ਦੇਵੇ, ਉਹ ਸਾਨੂੰ ਸਮਝ ਲੱਗ ਜਾਂਦੀ ਇੱਕੋ ਵਾਰੀ। ਸਾਨੂੰ ਕੋਈ ਇਤਿਹਾਸ ਸੁਣਾਵੇ, ਉਹ ਸਾਨੂੰ ਸਮਝ ਲੱਗ ਜਾਂਦਾ। ਹੁਣ ਇਹ ਜਿਹੜੀ ਅਕਾਥਕ ਕਹਾਣੀ, ਇਹਦੇ ਵਿੱਚ ਇਹ ਸਰੀਰ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਇਹ ਸਰੀਰ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਘਰ, ਪਿੰਡ, ਖੇਤ, ਦੇਸ਼, ਧਰਤੀ, ਘਰ ਕਹਿ ਕੇ ਪਾਸੇ ਕਰ ਦਿੱਤੇ। ਜਿਹੜਾ ਇਹ ਸਰੀਰ ਦੇ ਅੰਦਰ ਪਰਿਵਾਰ ਵੱਸਦਾ, ਸੂਖਮ ਸਾਰੀ ਕਹਾਣੀ ਉਹਦੀ ਚੱਲਦੀ ਹੈ। ਹੁਣ ਸੂਖਮ ਦਾ ਸਾਨੂੰ ਨਾ ਭੇਤ ਹੋਣ ਕਰਕੇ ਸਾਨੂੰ ਇਹ ਸਮਝ ਨਹੀਂ ਲੱਗਦੀ ਬਈ ਇਹ ਕਿਹੜੀ ਗੱਲ ਕਰਦੇ ਨੇ, ਕੀ ਸੁਣਾਉਂਦੇ ਨੇ, ਕੀ ਸਮਝਾਉਂਦੇ ਨੇ। ਫਿਰ ਉਹਦੇ ਵਾਸਤੇ ਸਾਨੂੰ ਸਿਮਰਨ ਕਰਨਾ ਪੈਂਦਾ ਵੀ, ਤਾਂ ਕਿ ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਸਾਡਾ ਮਨ ਸੁਣਨ ਦੀ ਅਵਸਥਾ 'ਚ ਆਏਗਾ। ਫਿਰ ਸਾਨੂੰ ਹੌਲੀ ਹੌਲੀ ਸਮਝ ਲੱਗਣ ਲੱਗਦੀ ਵੀ ਇਹ ਕਹਾਣੀ ਕਿਸੇ ਹੋਰ ਦੀ ਨਹੀਂ, ਇਹ ਸਾਡੀ ਸਾਰਿਆਂ ਦੀ ਆਪਣੀ ਕਹਾਣੀ। ਬਈ ਕਿਵੇਂ ਅਸੀਂ ਪਰਮਾਤਮਾ ਤੋਂ ਵਿਛੜੇ ਹਾਂ ਅਤੇ ਕਿਵੇਂ ਅਸੀਂ ਵਾਪਸ ਫਿਰ ਪਰਮਾਤਮਾ ਦੇ ਨਾਲ ਮਿਲਾਪ ਕਰਨਾ, ਇਹਨੂੰ ਪ੍ਰੇਮ ਕਹਾਣੀ ਕਹਿੰਦੇ, ਕਥ ਕਹਾਣੀ, ਕਥ ਕਥਾ। ਜਿਸ ਵਰਤਾਏ ਮਾਰੇ ਫਰਮਾਉਂਦੇ, ਅਕਥ ਕਹਾਣੀ ਪ੍ਰੇਮ ਕੀ, ਕੋਬਰੀ ਤਾਂ ਆਖੇ ਆਏ ਵੀ ਇਹ ਕਹਾਣੀ ਜਿਹੜੀ ਹੈ ਪਿਆਰ ਦੀ ਕਹਾਣੀ, ਪ੍ਰੇਮ ਦੀ। ਵੀ ਕਿਵੇਂ ਅਸੀਂ ਇਸ ਮਾਰਗ ਦੇ ਉੱਤੇ ਚੱਲੇ, ਰਸਤੇ ਵਿੱਚ ਕੀ ਕੀ ਰੁਕਾਵਟਾਂ ਆਈਆਂ, ਫਿਰ ਕੀ ਕੀ ਨਿਸ਼ਾਨੀਆਂ ਪ੍ਰਗਟ ਹੋਈਆਂ, ਉਹ ਸਾਰੀ ਕਹਾਣੀ ਦੱਸੀ ਜਾ ਮਾਲਕ ਨੂੰ ਮਿਲਾਪ ਦੀ। ਜੋ ਫਿਰ ਸਾਨੂੰ ਇਹ ਹੁਕਮ ਹੈ, ਜਿਹੜਾ ਇੱਕ ਗੁਰਸਿੱਖ ਹੈ ਉਹਨੂੰ ਇਹ ਹੁਕਮ ਹੈ ਵੀ ਉਹਨੇ ਇਹ ਕਥਾ ਕਹਾਣੀ ਕਰ ਮਾਰੇ ਫਰਮਾਉਂਦੇ, ਹਰ ਕਥਾ ਸੁਣਾਵੋ ਮੇਰੇ ਗੁਰਸਿੱਖੋ, ਮੇਰੇ ਹਰ ਪ੍ਰਭ ਕੀ ਕਥ ਕਹਾਣੀ। ਕਿਉਂ ਪਾਈਏ ਕਿਉਂ ਦੇਖੀਏ, ਮੇਰਾ ਹਰ ਪ੍ਰਭ ਸੁਗੜ ਸਜਾਣ। ਵੀ ਗੁਰਸਿੱਖੋ ਤੁਸੀਂ ਇਹ ਕਥ ਕਹਾਣੀ ਕਰੋ, ਦੱਸੋ ਵੀ ਤੁਸੀਂ ਕਿਵੇਂ ਪਰਮਾਤਮਾ ਨਾਲ ਮਿਲਾਪ ਕੀਤਾ, ਕਿਵੇਂ ਤੁਸੀਂ ਉਹ ਸੁਝਾਣ ਨੂੰ ਮਿਲੇ, ਉਹ ਸਾਰੀ ਕਹਾਣੀ ਸੁਣਾਓ। ਹੁਣ ਆਪਾਂ ਨੂੰ ਫਿਰ ਇਸ ਲਈ ਦੱਸਦੇ ਵੀ ਇਹ ਕਥ ਕਹਾਣੀ ਸਾਡੇ ਸਾਰਿਆਂ ਦੀ ਆਪਣੀ ਕਹਾਣੀ, ਸਾਡੇ ਮਨਾਂ ਦੀ ਕਹਾਣੀ। ਹੁਣ ਇਹਨੂੰ ਸਮਝਣ ਵਾਸਤੇ, ਇਹ ਖੇਲ ਨੂੰ ਸਮਝਣ ਵਾਸਤੇ ਫਿਰ ਇਹ ਸਤ ਸੰਗਤ, ਸਤਿਗੁਰ ਦਾ ਸਕੂਲ ਹੈ। ਜਿਵੇਂ ਆਪਾਂ ਬੱਚਿਆਂ ਨੂੰ ਸਕੂਲ 'ਚ ਭੇਜਦੇ ਹਾਂ, ਹੁਣ ਉਹਨਾਂ ਨੂੰ ਇੱਕ ਵਾਰ ਤਾਂ ਪੜ੍ਹਾਈ ਆ ਨਹੀਂ ਜਾਂਦੀ। ਹੁਣ ਜੇ ਉਹਨਾਂ ਨੂੰ ਨਹੀਂ ਵੀ ਸਮਝ ਲੱਗਦੀ, ਆਪਾਂ ਫਿਰ ਵੀ ਭੇਜਦੇ ਹਾਂ ਵੀ ਤਾਂ ਵੀ ਜਾਓ, ਵੀ ਜਦੋਂ ਲਗਾਤਾਰ ਜਾਓਗੇ ਤੁਹਾਨੂੰ ਆਪੇ ਪੜ੍ਹਾਈ ਆਏਗੀ। ਹੁਣ ਇਸੇ ਤਰ੍ਹਾਂ ਹੀ ਇਹ ਸਤ ਸੰਗਤ, ਸਤਿਗੁਰ ਕਹਿੰਦੇ ਮੇਰਾ ਸਕੂਲ ਹੈ, ਅਤੇ ਜਿਹੜੀ ਇੱਥੇ ਪੜ੍ਹਾਈ ਚੱਲਦੀ ਇਹਨੂੰ ਬ੍ਰਹਮ ਵਿੱਦਿਆ ਕਹਿੰਦੇ, ਬ੍ਰਹਮ ਦਾ ਗਿਆਨ। ਸਾਰੀ ਗੁਰਬਾਣੀ ਗੁਰੂ 1430 ਅੰਗ, ਇਹ ਸਾਰਾ ਬ੍ਰਹਮ ਦਾ ਗਿਆਨ। ਇਹ ਇਕੱਲਾ ਪੜ੍ਹਨ ਦਾ ਜਾਂ ਇਕੱਲਾ ਗਾਉਣ ਦਾ ਵਿਸ਼ਾ ਨਹੀਂ। ਮਾਰੇ ਫਰਮਾਉਂਦੇ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਬਈ ਇਹ ਬ੍ਰਹਮ ਦੀ ਵਿਚਾਰ ਹੈ, ਬ੍ਰਹਮ ਦਾ ਗਿਆਨ ਹੈ। ਹੁਣ ਜੇ ਅਸੀਂ ਇਹ ਬ੍ਰਹਮ ਦਾ ਗਿਆਨ ਲੈ ਲਾਂਗੇ, ਇਹ ਗਿਆਨ ਹੋਣ ਦੇ ਨਾਲ ਸਾਡੇ ਜਿਹੜੇ ਮਨ ਇਹ ਸ਼ੀਤਲ ਹੋ ਜਾਂਦੇ, ਸਾਡੇ ਮਨ ਠੰਡੇ ਹੋ ਜਾਂਦੇ।
ਜੋ ਹੁਣ ਆਪਾਂ ਸੰਸਾਰ 'ਚ ਦੇਖਦੇ ਹਾਂ ਵੀ ਦੁਰਮਤ ਦੀ ਅਗਨ ਦੇ ਵਿੱਚ ਸਾਰੇ ਮਨ ਸੜਦੇ ਨੇ, ਸਾਰੇ ਜੀਵ ਜਲਦੇ ਪਏ ਨੇ। ਜਿਨ੍ਹਾਂ ਨੂੰ ਇਹ ਬ੍ਰਹਮ ਦਾ ਗਿਆਨ ਹੋ ਗਿਆ, ਉਹਨਾਂ ਦਾ ਮਨ ਹੈ ਜਿਹੜਾ ਉਹ ਠੰਡਾ ਹੋ ਗਿਆ, ਉਹ ਸੀਤਲ ਹੋ ਗਿਆ, ਉਹ ਨਿਰਮਲ ਹੋ ਗਿਆ। ਉਹਨਾਂ ਨੂੰ ਫਿਰ ਇਹ ਜਵਾਲਾ ਜਿਹੜੀ ਅਗਨ ਇਹ ਸਾੜ ਨਹੀਂ ਸਕਦੀ, ਉਹਨਾਂ ਨੂੰ ਪਾਣੀ ਵਰਗੀ ਠੰਡੀ ਲੱਗਦੀ। ਮਾਰੇ ਫਰਮਾਉਂਦੇ ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ। ਜੈਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਬਈ ਜੈਸਾ ਜਵਾਲਾ ਦੇ ਵਿੱਚ ਜਗਤ ਸੜਦਾ ਪਿਆ, ਆਪਾਂ ਦੇਖਦੇ ਸੰਸਾਰ 'ਚ ਕਿਵੇਂ ਮਨਾਂ 'ਚ ਕਲੇਸ਼ ਹੈ, ਕਿਵੇਂ ਪਰਿਵਾਰਾਂ 'ਚ ਕਲੇਸ਼ ਹੈ, ਕਿਵੇਂ ਜੀਵ ਦਿਨ ਰਾਤ ਬਿਲਕ ਰਹੇ ਨੇ, ਕਿਵੇਂ ਦੁੱਖਾਂ ਦੇ ਵਿੱਚ ਨੇ, ਕਿਵੇਂ ਉਹਨਾਂ ਦਾ ਮਨ ਅਸ਼ਾਂਤ ਹੈ, ਕਿਵੇਂ ਉਹ ਨਿੰਦਿਆ ਚੁਗਲੀ ਕਰਦੇ, ਕਿਵੇਂ ਵੈਰ ਵਿਰੋਧ ਕਰਦੇ, ਈਰਖਾ ਕਰਦੇ, ਨਫ਼ਰਤ ਕਰਦੇ। ਇਹ ਸਾਰੇ ਦੇ ਵਿੱਚ ਦੁਰਮਤ ਦੀ ਅਗਨ ਸਭ ਨੂੰ ਸਾੜ ਰਹੀ, ਸਭ ਦੁਖੀ ਨੇ। ਹੁਣ ਜੇ ਅਸੀਂ ਇਹ ਬ੍ਰਹਮ ਦਾ ਗਿਆਨ ਲੈ ਲਾਂਗੇ ਤਾਂ ਸਾਡਾ ਮਨ ਨਿਰਮਲ ਹੋ ਜਾਏਗਾ, ਸੀਤਲ ਹੋ ਜਾਏਗਾ, ਠੰਡਾ ਹੋ ਜਾਏਗਾ। ਹਾੜੀ ਇਸ ਵਾਸਤੇ ਫਿਰ ਆਪਾਂ ਸਤ ਸੰਗਤ ਦੇ ਵਿੱਚ ਆਉਣਾ, ਇਹ ਬ੍ਰਹਮ ਦਾ ਗਿਆਨ ਲੈਣ ਵਾਸਤੇ। ਜਿਵੇਂ ਹੁਣ ਆਪਾਂ ਗੁਰੂ ਘਰ ਆਉਂਦੇ ਹਾਂ, ਜਦ ਤੱਕ ਜੀਵ ਸਤ ਸੰਗਤ ਨਹੀਂ ਕਰਦਾ, ਉਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਗੁਰਦੁਆਰੇ ਲੈਣ ਕੀ ਜਾਣਾ। ਜਦ ਤੱਕ ਸਾਨੂੰ ਸਤ ਸੰਗਤ ਨਹੀਂ ਮਿਲਦੀ, ਸਾਨੂੰ ਇਹ ਸੋਝੀ ਨਹੀਂ ਆਉਂਦੀ ਵੀ ਅਸੀਂ ਕਾਹਦੇ ਵਾਸਤੇ ਸੰਗਤ ਕਰਨੀ ਹੈ, ਜਾਂ ਅਸੀਂ ਗੁਰਬਾਣੀ ਨੂੰ ਕਾਹਦੇ ਵਾਸਤੇ ਪੜ੍ਹਨਾ, ਜਾਂ ਅਸੀਂ ਸਿਮਰਨ ਕਾਹਦੇ ਵਾਸਤੇ ਕਰਨਾ। ਹੁਣ ਇਹੋ ਸਾਨੂੰ ਸਾਰਾ ਭੇਤ ਸਤਿਗੁਰਾਂ ਦੇ ਸਕੂਲ ਦੇ ਵਿੱਚ, ਸਤ ਸੰਗਤ ਦੇ ਵਿੱਚ ਆਇਆਂ ਨੂੰ ਮਿਲਣਾ ਵੀ ਅਸੀਂ ਸਤ ਸੰਗਤ ਇਸ ਵਾਸਤੇ ਕਰਨੀ ਹੈ ਤਾਂ ਕਿ ਸਾਨੂੰ ਬ੍ਰਹਮ ਦਾ ਗਿਆਨ ਹੋ ਜੇ ਅਤੇ ਸਾਡੇ ਮਨ ਸੀਤਲ ਹੋ ਜਾਣ, ਸਾਡੇ ਮਨ ਠੰਡੇ ਹੋ ਜਾਣ, ਤਾਂ ਕਿ ਅਸੀਂ ਸੁਖੀ ਹੋ ਜਾਈਏ, ਸਾਡਾ ਮਨ ਆਨੰਦ ਅਵਸਥਾ ਦੇ ਵਿੱਚ ਆ ਜਾਏ, ਸਾਨੂੰ ਕਿਸੇ ਕਿਸਮ ਦਾ ਕੋਈ ਦੁੱਖ ਨਾ ਹੋਵੇ। ਜਦੋਂ ਅਸੀਂ ਇਹ ਖੇਲ ਨੂੰ ਸਮਝ ਜਾਵਾਂਗੇ ਤਾਂ ਅਸੀਂ ਦੁਖੀ ਨਹੀਂ ਹੋਵਾਂਗੇ। ਹੁਣ ਆਪਾਂ ਇਤਿਹਾਸ ਸਾਰੇ ਜਾਣਦੇ ਹਾਂ, ਜਿਵੇਂ ਦੇਖੋ ਵੀ ਐਸੇ ਗੁਰਸਿੱਖ ਹੋਏ, ਗੁਰਮੁਖ ਹੋਏ, ਜਿਨ੍ਹਾਂ ਨੂੰ ਤਨ ਕਰਕੇ ਕਿੰਨਾ ਵੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ, ਉਹਨਾਂ ਦੇ ਪਰਿਵਾਰਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਐਸੀ ਉਹਨਾਂ ਦੀ ਕਿਹੜੀ ਅਵਸਥਾ ਸੀ ਵੀ ਜਿਹੜਾ ਉਹਨਾਂ ਨੂੰ ਦੁੱਖ ਨਹੀਂ ਹੋਏ? ਵੀ ਉਹ ਕਿਉਂ ਨਹੀਂ ਡੋਲੇ? ਕਿਉਂਕਿ ਉਹ ਅਵਸਥਾ ਹੈ, ਉਹਨਾਂ ਨੂੰ ਬ੍ਰਹਮ ਦਾ ਗਿਆਨ ਸੀ, ਉਹਨਾਂ ਨੂੰ ਸੋਝੀ ਸੀ, ਉਹਨਾਂ ਨੂੰ ਭੇਤ ਸੀ ਸਰ। ਹੁਣ ਆਪਾਂ ਕਿਉਂ ਦੁਖੀ ਹੁੰਦੇ? ਸਾਨੂੰ ਮਾੜਾ ਜਿਹਾ ਕੋਈ ਕਸ਼ਟ ਆ ਜੇ ਆਪਾਂ ਉਹੀ ਦੁਖੀ ਹੋ ਜਾਂਦੇ ਹਾਂ ਵੀ ਸਾਨੂੰ ਕਾਹਤੋਂ ਆ ਗਿਆ ਜੀ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਜੇ ਸਾਨੂੰ ਇਹ ਗਿਆਨ ਹੋ ਜਾਏਗਾ, ਸੋਝੀ ਹੋ ਜਾਏਗੀ, ਅਤੇ ਫਿਰ ਆਪਣਾ ਜਿਹੜਾ ਮਨ ਇਸ ਸਰੀਰ ਤੋਂ ਇਹ ਤੋਂ ਉੱਪਰ ਉੱਠ ਜਾਂਦਾ। ਫਿਰ ਆਪਾਂ ਨੂੰ ਭੇਤ ਆ ਜਾਂਦਾ ਵੀ ਇਹ ਇੱਕ ਸਰੀਰ ਜਿਹੜਾ ਘਰ ਹੈ, ਮਕਾਨ ਹੈ, ਅਸੀਂ ਇਹ ਸਰੀਰ ਨਹੀਂ, ਅਸੀਂ ਇਹ ਸਰੀਰ ਤੋਂ ਵੱਖਰੇ। ਆਪਾਂ ਮਨ ਹੈ ਜਿਹੜਾ ਉਹ ਜੋਤ ਸਰੂਪ, ਉਹ ਪ੍ਰਕਾਸ਼ ਰੂਪ। ਆਪਾਂ ਇਹ ਸਰੀਰ, ਆਪਾਂ ਇਹ ਚਮੜਾ ਨਹੀਂ ਹੈ, ਆਪਾਂ ਇਹ ਚੰਮ ਨਹੀਂ ਹੈ। ਇਹਦਾ ਆਪਾਂ ਨੂੰ ਹੁਣ ਘਰ ਮਿਲਿਆ, ਜਿਵੇਂ ਇਸ ਤੋਂ ਪਹਿਲਾਂ ਸਾਨੂੰ ਕੋਈ ਹੋਰ ਘਰ ਮਿਲਿਆ ਹੋਇਆ ਸੀ। ਜਿਵੇਂ ਅਸੀਂ ਕਿਹੜੇ ਕਿਹੜੇ ਘਰਾਂ ਦੇ ਵਿੱਚੋਂ ਹੁੰਦੇ ਆ ਰਹੇ। ਬਾਬਾ ਕਬੀਰ ਜੀ ਫਰਮਾਉਂਦੇ ਆ, ਸਥਾਵਰ ਜੰਗਮ ਕੀਟ ਪਤੰਗਾ, ਅਨੇਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਵਸਾਈ, ਜਬ ਹਮ ਰਾਮ ਗਰਭ ਹੋਏ ਆਏ। ਵੀ ਅਸੀਂ ਇਹਨਾਂ ਘਰਾਂ ਦੇ ਵਿੱਚ ਹੁੰਦੇ ਆ ਰਹੇ। ਕਿਤੇ ਅਸੀਂ ਪੱਥਰ ਬਣ ਜਾਂਦੇ, ਕਿਤੇ ਅਸੀਂ ਘੋੜੇ ਹਾਥੀ ਬਣ ਜਾਂਦੇ, ਕਿਤੇ ਅਸੀਂ ਸੱਪ ਬਣ ਜਾਂਦੇ। ਇਹਨਾਂ ਆਕਾਰਾਂ ਦੇ ਵਿੱਚੋਂ, ਇਹਨਾਂ ਘਰਾਂ ਦੇ ਵਿੱਚੋਂ ਆਪਾਂ ਹੁੰਦੇ ਆ ਰਹੇ ਹਾਂ। ਅਤੇ ਹੁਣ ਆਪਾਂ ਨੂੰ ਆਹ ਘਰ ਮਿਲ ਗਿਆ, ਮਾਨਸ ਜਾਮਾ ਜਿਹੜਾ ਇਹ ਸਰੀਰ, ਇਹ ਹੁਣ ਆਪਾਂ ਨੂੰ ਘਰ ਮਿਲੇ। ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਇਹ ਘਰ ਨੂੰ ਹੀ ਸਾਰਾ ਕੁਛ ਨਾ ਸਮਝ ਲਓ ਵੀ ਇਹ ਮਿਥਿਆ ਹੋਇਆ, ਕੁਝ ਸਮੇਂ ਵਾਸਤੇ ਮਿਲਿਆ, ਤੁਹਾਨੂੰ ਸਦਾ ਵਾਸਤੇ ਨਹੀਂ ਮਿਲੇ। ਇਹ ਜਿਹੜੀ ਕਾਇਆ ਹੈ, ਇਹ ਨਗਰੀ, ਇਹਨੇ ਢਹਿ ਜਾਣਾ, ਇਹ ਮਿਥਿਆ। ਹੁਣ ਤੁਸੀਂ ਆਪਦੇ ਅਸਲ ਘਰ ਦੀ ਪਹਿਚਾਣ ਕਰ ਲਓ, ਇਹਦੇ ਵਿੱਚ ਰਹਿੰਦੇ ਰਹਿੰਦੇ
ਮਾਰੇ ਫਰਮਾਉਂਦੇ ਡੱਡਾ ਡੇਰਾ ਇਹ ਨਹੀਂ, ਜਿਹ ਡੇਰਾ ਤਹਿ ਜਾਣ, ਊਹਾਂ ਡੇਰਾ ਕੇ ਸੰਜਮੋ ਗੁਰ ਕੀ ਸ਼ਬਦ ਪਛਾਣ। ਬਈ ਸਾਡਾ ਇਹ ਅਸਲ ਡੇਰਾ ਨਹੀਂ। ਜੇ ਅਸੀਂ ਆਖੀਏ ਵੀ ਅਸੀਂ ਸਦਾ ਹੀ ਇਹਦੇ 'ਚ ਰਹਿਣਾ ਤੇ ਨਹੀਂ ਰਹਿ ਸਕਦੇ। ਹਾਲਾਂਕਿ ਖੇਲ ਤਾਂ ਰੋਜ਼ ਦੀ ਰੋਜ਼ ਦਾ, ਆਪਾਂ ਰੋਜ਼ ਇਹ ਘਰ ਨੂੰ ਖਾਲੀ ਕਰ ਜਾਂਦੇ। ਸਵੇਰੇ ਆ ਜਾਂਦੇ ਹਾਂ, ਜਦੋਂ ਰਾਤ ਹੁੰਦੀ ਆਪਾਂ ਸੌਂ ਜਾਂਦੇ, ਇਹ ਘਰ ਨੂੰ ਖਾਲੀ ਕਰ ਜਾਂਦੇ। ਇਹ ਇੱਕ ਦਿਨ ਆਏਗਾ ਅਸੀਂ ਇਹਨੂੰ ਸਦਾ ਵਾਸਤੇ ਖਾਲੀ ਕਰਨਾ। ਤੇ ਆਪਾਂ ਨੂੰ ਕਹਿੰਦੇ ਵੀ ਹੁਣ ਤੁਸੀਂ ਉਹ ਘਰ ਦੀ ਪਹਿਚਾਣ ਕਰ ਲਓ ਵੀ ਜਿੱਥੇ ਤੁਸੀਂ ਸਦਾ ਵਸਣਾ। ਵੀ ਜਿਹੜੇ ਘਰ ਦੇ ਵਿੱਚ ਅਸੀਂ ਸਦਾ ਰਹਿਣਾ, ਜਿੱਥੇ ਜਾ ਕੇ ਅਸੀਂ ਸਦਾ ਵਸਣਾ, ਵੀ ਜੇ ਤੁਸੀਂ ਚਿੰਤਾ ਕਰਨੀ ਫਿਰ ਆਹ ਸਰੀਰ ਦੀ ਨਾ ਕਰੋ। ਜਿਵੇਂ ਹੁਣ ਜੀਵ ਇਹਦੇ ਵਾਸਤੇ ਕਿੰਨਾ ਉੱਦਮ ਕਰਦਾ, ਕਿੰਨੇ ਉਪਰਾਲੇ ਕਰਦਾ ਵੀ ਇਹ ਸਰੀਰ ਨੂੰ ਕਿਵੇਂ ਪਾਲਾਂ, ਕਿਵੇਂ ਇਹਦੇ ਵਾਸਤੇ ਵੱਧ ਤੋਂ ਵੱਧ ਇਕੱਠਾ ਕਰਾਂ ਸੁੱਖ ਸਹੂਲਤਾਂ। ਹਾਲਾਂਕਿ ਇਹ ਘਰ ਛੱਡ ਜਾਣਾ, ਅਸੀਂ ਖਾਲੀ ਕਰ ਜਾਣਾ, ਇੱਥੇ ਸਦਾ ਨਹੀਂ ਰਹਿਣਾ। ਜਿੱਥੇ ਅਸੀਂ ਸਦਾ ਵਸਣਾ, ਜਾ ਕੇ ਆਪਦੇ ਘਰ, ਉਹ ਘਰ ਦੀ ਚਿੰਤਾ ਨਹੀਂ ਕਰਦੇ, ਉਹ ਘਰ ਦਾ ਫਿਕਰ ਨਹੀਂ ਕਰਦੇ ਵੀ ਇੰਨਾ ਸਮਾਂ ਹੋ ਗਿਆ, ਇੰਨੀ ਸਾਡੀ ਉਮਰ ਹੋ ਗਈ, ਅਸੀਂ ਉਹ ਘਰ ਹੀ ਨਹੀਂ ਦੇਖਿਆ ਆਪਦਾ, ਵੀ ਜਿੱਥੇ ਅਸੀਂ ਇਹਨੂੰ ਛੱਡ ਕੇ ਵਸਣਾ ਆਪਦੇ ਘਰ ਵਿੱਚ ਜਾ ਕੇ। ਮਹਾਰਾਜ ਇਸ ਲਈ ਫਰਮਾਉਂਦੇ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀਂ। ਬਈ ਜਿਹੜਾ ਘਰ ਛੱਡ ਜਾਣਾ ਉਹਦੇ ਵਾਸਤੇ ਇੰਨਾ ਉਪਰਾਲਾ, ਉਹਦੇ ਵਾਸਤੇ ਇੰਨਾ ਉਦਮ। ਜਿਹੜੇ ਘਰ ਦੇ ਵਿੱਚ ਸਦਾ ਵਸਣਾ, ਜਾ ਕੇ ਅੱਗੇ ਉਹਦੀ ਕੋਈ ਚਿੰਤਾ ਨਹੀਂ, ਉਹਦਾ ਕੋਈ ਫਿਕਰ ਨਹੀਂ। ਮਹਾਰਾਜ ਇਸ ਲਈ ਕਹਿੰਦੇ ਜੇ ਚਿੰਤਾ ਕਰਨੀ, ਫਿਕਰ ਕਰਨੀ ਤੇ ਆਪਦੇ ਘਰ ਦੀ ਕਰੋ। ਬਈ ਅਸੀਂ ਆਪਦੇ ਘਰ 'ਚ ਹਜੇ ਵਾਸਾ ਨਹੀਂ ਕੀਤਾ, ਅਸੀਂ ਆਪਦਾ ਘਰ ਨਹੀਂ ਦੇਖਿਆ ਵੀ ਉਹ ਘਰ ਕਿਹੋ ਜਿਹਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਤੁਹਾਡਾ ਅਸਲ ਡੇਰਾ, ਇਹ ਤੁਹਾਡਾ ਅਸਲੀ ਘਰ ਨਹੀਂ ਹੈ। ਤੁਸੀਂ ਹੁਣ ਗੁਰੂ ਦੇ ਸ਼ਬਦ ਦੁਆਰਾ ਆਪਦੇ ਅਸਲ ਘਰ ਦੀ ਮਾਰੇ ਕਹਿੰਦੇ ਪਹਿਚਾਣ ਕਰ ਲਓ ਤੇ ਉੱਥੇ ਵਾਸਾ ਕਰ ਲਓ। ਜੇ ਅਸੀਂ ਆਪਦੇ ਘਰ ਦੇ ਵਿੱਚ ਵਾਸਾ ਕੀਤਾ ਹੋਏਗਾ, ਅਸੀਂ ਆਉਣ ਜਾਣ ਬਣਾਇਆ ਹੋਏਗਾ, ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋਏਗਾ ਅਸੀਂ ਸਿੱਧਾ ਹੀ ਆਪਦੇ ਘਰ ਚਲੇ ਜਾਵਾਂਗੇ। ਜੇ ਹੁਣ ਅਸੀਂ ਆਪਦਾ ਘਰ ਦੇਖਿਆ ਨਹੀਂ ਤੇ ਆਹ ਘਰ ਦੇ ਵਿੱਚ ਸਾਨੂੰ ਕੱਢ ਦੇਣਗੇ। ਔਰ ਇਹ ਘਰ ਤਾਂ ਉਨਾ ਸਮਾਂ ਹੀ ਅਸੀਂ ਇਹਦੇ ਵਿੱਚ ਰਹਿ ਸਕਦੇ ਜਿੰਨਾ ਸਮਾਂ ਸਾਡੇ ਕੋਲ ਸਵਾਸ ਨਹੀਂ। ਜਦੋਂ ਸਾਡੇ ਸਵਾਸ ਖਤਮ ਹੋ ਗਏ, ਇੱਕ ਤਿਲ ਵੀ, ਇੱਕ ਸਵਾਸ ਵੀ ਸਾਡਾ ਵਧਣਾ ਨਹੀਂ। ਜਦੋਂ ਸਾਡਾ ਸਮਾਂ ਖਤਮ ਹੋ ਗਿਆ, ਇਹ ਸਰੀਰ ਦੇ ਵਿੱਚ ਅਸੀਂ ਰਹਿ ਨਹੀਂ ਸਕਦੇ, ਇਹਦੇ 'ਚੋਂ ਸਾਨੂੰ ਬਾਹਰ ਕੱਢ ਲੈਣਗੇ। ਹੁਣ ਅੱਗੇ ਸਾਨੂੰ ਪਤਾ ਨਹੀਂ, ਅੱਗੇ ਅਸੀਂ ਆਪਦਾ ਘਰ ਨਹੀਂ ਦੇਖਿਆ ਵੀ ਅਸੀਂ ਜਾਣਾ ਕਿੱਥੇ, ਫਿਰ ਅਸੀਂ ਕਿੱਥੇ ਜਾਵਾਂਗੇ। ਮਾਰੇ ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਆਪਦੇ ਘਰ ਦੇ ਵਿੱਚ ਪਹਿਲਾਂ ਹੀ ਜਾਣ ਆਉਣ ਬਣਾ ਲਓ ਤੇ ਪਹਿਲਾਂ ਹੀ ਤੁਸੀਂ ਜੀਵਨ ਮੁਕਤ ਹੋ ਜਾਓ। ਜੇ ਹੁਣ ਅਸੀਂ ਜਿਉਂਦੇ ਜੀ ਮੁਕਤ ਨਹੀਂ ਹੋਏ, ਫਿਰ ਅਸੀਂ ਆਖੀਏ ਵੀ ਮਰਨ ਤੋਂ ਬਾਅਦ ਮੁਕਤ ਹੋ ਜਾਵਾਂਗੇ। ਮਰਨ ਤੋਂ ਬਾਅਦ ਕੋਈ ਮੁਕਤ ਨਹੀਂ ਹੁੰਦਾ। ਮਾਰੇ ਫਰਮਾਉਂਦੇ ਬੇਣੀ ਕਹੇ ਸੁਨੋਰੇ ਭਗਤੋ, ਮਰਨ ਮੁਕਤ ਕਿਨ ਪਾਈ। ਭਗਤ ਬੇਣੀ ਜੀ ਕਹਿੰਦੇ ਵੀ ਮਰਨ ਤੋਂ ਬਾਅਦ ਵੀ ਕੋਈ ਮੁਕਤ ਹੋਇਆ, ਜੇ ਤੁਸੀਂ ਜਿਉਂਦੇ ਜੀ ਮੁਕਤ ਨਹੀਂ ਹੋਏ। ਜੇ ਅਸੀਂ ਜਿਉਂਦੇ ਜੀ ਆਪਦੇ ਘਰ ਨਹੀਂ ਗਏ ਤੇ ਫਿਰ ਅਸੀਂ ਮਰਨ ਤੋਂ ਬਾਅਦ ਥੋੜ੍ਹੀ ਆਪਦੇ ਘਰ ਚਲੇ ਜਾਵਾਂਗੇ। ਹੁਣ ਤਾਈਓ ਸਾਨੂੰ ਰੋਜ਼ ਸਤਿਗੁਰੂ ਸੱਦਦੇ ਵੀ ਤੁਸੀਂ ਆਪਣੇ ਘਰ ਆਵੋ। ਜੇ ਤੁਸੀਂ ਘਰ ਆ ਜਾਓਗੇ ਤੁਹਾਡਾ ਦੁਬਾਰਾ ਵਾਪਸ ਫੇਰਾ ਨਹੀਂ ਹੋਏਗਾ ਸੰਸਾਰ 'ਚ, ਤੁਹਾਨੂੰ ਫੇਰ ਨਹੀਂ ਭੇਜਾਂਗੇ। ਆਪਾ ਪੜ੍ਹਦੇ ਰੋਜ਼ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਫੇਰਾ। ਹੁਣ ਇਹ ਪੜ੍ਹ ਲੈਣਾ ਇੱਕ ਵੱਖਰੀ ਗੱਲ, ਪਰ ਉਹ ਨਿਜ ਮਹਿਲ ਦੇ ਵਿੱਚ ਜਾਣਾ ਉਹ ਇੱਕ ਵੱਖਰੀ ਗੱਲ ਹੈ। ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਘਰ ਆਵੋ, ਵੀ ਪੜ੍ਹ ਕੇ ਤੁਸੀਂ ਅੱਗੇ ਨਾ ਟੱਪੋ, ਤੁਸੀਂ ਇਹਦੇ 'ਤੇ ਵਿਚਾਰ ਕਰੋ, ਤੁਸੀਂ ਪੁੱਛੋ ਸਤਿਗੁਰਾਂ ਤੋਂ ਬਈ ਉਹ ਨਿਜ ਮਹਿਲ ਕਿੱਥੇ ਹੈ ਜੀ, ਜਿਹਦੇ ਵਿੱਚ ਜਾਣ 'ਤੇ ਦੁਬਾਰਾ ਸਾਡਾ ਫੇਰਾ ਨਹੀਂ ਹੋਣਾ। ਉਹ ਨਿਜ ਮਹਿਲ ਦੇ ਵਿੱਚ ਅਸੀਂ ਕਿਵੇਂ ਜਾਈਏ, ਉਹ ਨਿਜ ਮਹਿਲ ਨੂੰ ਕਿਹੜਾ ਦਰਵਾਜ਼ਾ ਲੱਗਿਆ, ਉਹ ਦਰਵਾਜ਼ੇ ਨੂੰ ਅਸੀਂ ਕਿਵੇਂ ਖੋਲ੍ਹੀਏ, ਉਹ
ਉਹਨੂੰ ਕਿਹੜਾ ਜਿੰਦਰਾ ਲੱਗਿਆ, ਉਹ ਜਿੰਦਰਾ ਕਿਵੇਂ ਖੁੱਲ੍ਹਦਾ, ਸਾਨੂੰ ਉਹਦੇ ਬਾਰੇ ਜਾਣਕਾਰੀ ਦੇਵੋ, ਸਾਨੂੰ ਭੇਤ ਦੇਵੋ, ਦੱਸੋ। ਇਹ ਫਿਰ ਖੋਜ ਹੈ, ਫਿਰ ਇਹ ਖੋਜ ਸ਼ੁਰੂ ਹੋ ਜਾਂਦੀ। ਤਾਂਹੀਓ ਆਪਾਂ ਨੂੰ ਕਹਿੰਦੇ ਨਾ ਵੀ ਗੁਰਬਾਣੀ ਗੁਰੂ ਨੂੰ ਜਦੋਂ ਤੁਸੀਂ ਪੜ੍ਹਨਾ, ਤੁਸੀਂ ਖੋਜੀ ਬਣ ਕੇ ਪੜ੍ਹਨਾ ਹੈ, ਵੀ ਤੁਸੀਂ ਕੀ ਖੋਜਣਾ ਚਾਹੁੰਦੇ ਹੋ। ਸਾਡੇ ਅੰਦਰ ਦੀ ਖੋਜ ਹੈ ਸਾਰੀ। ਹੁਣ ਜੇ ਅਸੀਂ ਖੋਜੀ ਬਣ ਕੇ ਚੱਲਾਂਗੇ ਤਾਂ ਸਾਡਾ ਮਨ ਹੀ ਪਾਸੇ ਜਾਏਗਾ। ਜਿਹੜੇ ਹੁਣ ਜੀਵ ਕਹਿੰਦੇ ਵੀ ਸਾਡਾ ਗੁਰਬਾਣੀ ਪੜ੍ਹਦੇ ਮਨ ਨਹੀਂ ਟਿਕਦਾ ਜੀ। ਅਸੀਂ ਬਾਣੀ ਤਾਂ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਪਰ ਮਨ ਸਾਡਾ ਉੱਥੇ ਹਾਜ਼ਰ ਨਹੀਂ ਹੁੰਦਾ। ਮਨ ਹੋਰ ਪਾਸੇ ਵਿਚਾਰਾਂ 'ਚ ਫੁਰਨਿਆਂ 'ਚ ਭੱਜਾ ਫਿਰਦਾ। ਮਨ ਉਦੋਂ ਆਉਂਦਾ ਜਦੋਂ ਨਿਤਨੇਮ ਦੀ ਸਮਾਪਤੀ ਹੋਣ ਲੱਗਦੀ, ਜਦੋਂ ਪਾਠ ਦੀ ਸਮਾਪਤੀ, ਉਦੋਂ ਮਨ ਆ ਜਾਂਦਾ, ਬਾਕੀ ਗੈਰ ਹਾਜ਼ਰ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਬਾਣੀ ਨੂੰ ਤੁਸੀਂ ਖੋਜੀ ਬਣ ਕੇ ਪੜ੍ਹੋ। ਤੁਸੀਂ ਕੀ ਖੋਜਣਾ ਚਾਹੁੰਦੇ ਹੋ, ਵੀ ਤੁਹਾਡੇ ਅੰਦਰ ਦੀ ਖੋਜ ਹੈ। ਹੁਣ ਜੇ ਤਾਂ ਅਸੀਂ ਖੋਜੀ ਬਣ ਕੇ ਚੱਲਾਂਗੇ, ਸਾਡਾ ਮਨ ਪਾਸੇ ਨਹੀਂ ਜਾਏਗਾ। ਜੇ ਅਸੀਂ ਨਹੀਂ ਖੋਜੀ ਬਣ ਕੇ ਚੱਲਦੇ, ਸਾਡਾ ਮਨ ਟਿਕਣਾ ਹੀ। ਹੁਣ ਆਪਾਂ ਨੂੰ ਫਿਰ ਇਸ ਲਈ ਕਹਿੰਦੇ ਵੀ ਜਿਹੜਾ ਵੀ ਖੋਜੇਗਾ ਗੁਰਬਾਣੀ ਨੂੰ, ਗੁਰਬਾਣੀ ਗੁਰੂ ਨੂੰ ਖੋਜ ਕੇ ਜਿਹੜਾ ਆਪਦੇ ਘਰ ਦਾ ਭੇਤ ਲੈ ਲਏਗਾ, ਨਾਮ ਦਾ ਭੇਤ ਲੈ ਲਏਗਾ, ਫਿਰ ਉਹਨੂੰ ਇਹ ਭਵ ਸਾਗਰ, ਸੰਸਾਰ ਸਾਗਰ ਤੋਂ ਤਰਨ ਲੱਗਿਆ ਉਹਨੂੰ ਦੇਰੀ ਨਹੀਂ ਲੱਗਦੀ। ਮਾਰੇ ਫਰਮਾਉਂਦੇ ਖੱਖਾ ਖੋਜ ਪਰੇ ਜੇ ਕੋਈ, ਜੋ ਖੋਜੇ ਸੋ ਬੌਰ ਨਾ ਹੋਈ। ਖੋਜਤ ਬੂਝਤ ਕਰਤ ਵਿਚਾਰਾ, ਤੋ ਭਵ ਜਲ ਤਰਤ ਨ ਲਾਵੇ ਬਾਰਾ। ਵੀ ਜਿਹੜਾ ਵੀ ਖੋਜੇਗਾ, ਮਾਰੇ ਕਹਿੰਦੇ ਖੋਜ ਕੇ ਉਹ ਵਿਚਾਰ ਕਰੇਗਾ, ਕਿਉਂਕਿ ਉਹਨੇ ਅੰਦਰ ਦੀ ਖੋਜ ਕੀਤੀ ਅਤੇ ਖੋਜ ਕੇ ਫੇਰ ਹੀ ਵਿਚਾਰ ਹੁੰਦੀ ਅੰਦਰ ਦੀ। ਫਿਰ ਉਹਨਾਂ ਨੂੰ ਭਵ ਜਲ, ਭਵ ਸਾਗਰ ਤੋਂ ਤਰਨ ਲੱਗਿਆ ਸਮਾਂ ਨਹੀਂ ਲੱਗਦਾ, ਕਿਉਂਕਿ ਉਹ ਸ਼ਬਦ ਗੁਰੂ ਦਾ ਉਹਨਾਂ ਨੇ ਭੇਤ ਲੈ ਲਿਆ, ਖੋਜ ਕਰ ਲਈ ਉਹ ਨਾਮ ਦੀ, ਸ਼ਬਦ ਗੁਰੂ ਦੀ ਆਪਦੇ ਘਰ ਦੀ। ਜਿਸ ਸ਼ਬਦ ਗੁਰੂ ਨਾਲ ਜੁੜ ਕੇ ਅਸੀਂ ਇਹ ਭਵ ਸਾਗਰ ਤੋਂ ਪਾਰ ਹੋਂ, ਜੋ ਮਾਰੇ ਫਰਮਾਉਂਦੇ ਭਵ ਜਲ ਬਿਖਮਾ ਸਗਾਹੋ ਗੁਰ ਸ਼ਬਦੀ ਪਾਰ ਪਾਹੀ। ਹੁਣ ਇਹ ਜਿਹੜਾ ਭਵ ਸਾਗਰ, ਭਵ ਜਲ ਹੈ, ਇਹਨੂੰ ਅਸੀਂ ਗੁਰੂ ਦੇ ਸ਼ਬਦ ਦੁਆਰਾ ਪਾਰ ਕਰਨਾ, ਨਾਮ ਦੁਆਰਾ। ਹੁਣ ਨਾਮ ਦੀ ਇਹ ਮਹਿਮਾ ਉਸਤਤ ਸਾਰੀ ਗੁਰਬਾਣੀ ਗੁਰੂ ਵਿੱਚ ਹੋ ਰਹੀ। ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਸਾਰੀ ਨਾਮ ਦੀ ਮਹਿਮਾ ਕੀਤੀ, ਨਾਮ ਦੀ ਵਡਿਆਈ ਹੈ। ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਉਹ ਨਾਮ ਦੀ ਖੋਜ ਕਰੋ, ਵੀ ਉਹ ਨਾਮ ਕੀ ਹੈ, ਅਤੇ ਤੁਸੀਂ ਨਾਮ ਦੇ ਨਾਲ ਜੁੜੋ। ਹੁਣ ਜਿਹੜਾ ਮਨਮੁਖ ਹੈ ਉਹ ਨਾਮ ਨੂੰ ਬੁੱਝਦਾ ਨਹੀਂ, ਉਹ ਨਾਮ ਨੂੰ ਨਹੀਂ ਜਾਣਦਾ, ਉਹ ਨਾਮ ਦੀ ਖੋਜ ਨਹੀਂ ਕਰਦਾ। ਪੜ੍ਹਦਾ ਉਹ ਵੀ ਹੈ ਗੁਰਬਾਣੀ, ਪਰ ਉਹਨੂੰ ਪੜ੍ਹਨ ਦੀ ਵਿਧੀ ਨਹੀਂ ਆਉਂਦੀ। ਉਹਦਾ ਪੜ੍ਹਦੇ ਵੀ ਮਨ ਨਹੀਂ ਟਿਕਦਾ ਗੁਰਬਾਣੀ, ਵੀ ਮੈਂ ਕੀ ਪੜ੍ਹਦਾ। ਮਾਰੇ ਫਰਮਾਉਂਦੇ ਪੜ੍ਹੇ ਮਨ ਮੁਖ, ਪਰ ਵਿਦ ਨਹੀਂ ਜਾਨਾ, ਨਾਮ ਨਾ ਬੂਝੇ ਭਰਮ ਭਲਾਨਾ। ਵੀ ਪੜ੍ਹਦਾ ਤਾਂ ਮਨਮੁਖ ਵੀ ਹੈ, ਪਰ ਉਹਨੂੰ ਵਿਧੀ ਨਹੀਂ ਆਉਂਦੀ ਪੜ੍ਹਨ ਦੀ, ਕਿਉਂਕਿ ਉਹਨੇ ਜੁਗਤੀ ਨਹੀਂ ਸਿੱਖੀ। ਉਹ ਕੀ ਕਰਦਾ, ਆਪਦੀ ਮੱਤ ਦੁਆਰਾ ਬਾਣੀ ਨੂੰ ਪੜ੍ਹਦਾ ਅਤੇ ਸਮਾਂ ਬੰਨ ਲੈਂਦਾ, ਵੀ ਸਵੇਰੇ ਪੜ੍ਹਨਾ, ਦੁਪਹਿਰੇ ਪੜ੍ਹਨਾ, ਸ਼ਾਮ ਨੂੰ ਪੜ੍ਹ ਲਓ, ਰਾਤ ਨੂੰ ਪੜ੍ਹ ਲਓ। ਪਰ ਪੜ੍ਹਦੇ ਵੀ ਸਤਿਗੁਰੂ ਕਹਿੰਦੇ ਵੀ ਉਹਦਾ ਮਨ ਨਹੀਂ ਟਿਕਦਾ। ਇਹ ਨਿਸ਼ਾਨੀ ਮਨਮੁਖ ਦੀ। ਫਰਮਾਉਂਦੇ ਨੇ ਨਾਨਕ ਸੰਧਿਆ ਕਰੇ ਮਨਮੁਖੀ, ਜੀਓ ਨਾ ਟਿਕੇ ਮਰ ਜੰਮੇ ਹੋਏ ਖਵਾਰ। ਮਾਰੇ ਕਹਿੰਦੇ ਵੀ ਸੰਧਿਆ ਮਨਮੁਖ ਵੀ ਕਰਦਾ, ਬਾਣੀ ਉਹ ਵੀ ਪੜ੍ਹਦਾ, ਪਰ ਉਹਦਾ ਮਨ ਨਹੀਂ ਟਿਕਦਾ। ਉਹਦਾ ਮਨ ਵਿਚਾਰਾਂ 'ਚ ਫੁਰਨਿਆਂ 'ਚ ਭੱਜਿਆ ਹੀ ਫਿਰਦਾ। ਅਤੇ ਜੇ ਮਨ ਨਹੀਂ ਟਿਕੇਗਾ ਤਾਂ ਜੰਮਣ ਮਰਨ 'ਚ ਫੇਰ ਖਵਾਰ ਹੋਏਗਾ, ਫਿਰ ਵਾਪਸ ਜੂਨਾਂ 'ਚ ਮੁੜ ਜਾਏਗਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਨਾ, ਤੁਸੀਂ ਖੋਜੀ ਬਣ ਕੇ ਪੜ੍ਹੋ। ਸਾਡੇ ਅੰਦਰ ਦੀ ਖੋਜ ਹੈ, ਇਹ ਸਾਰੀ ਕਾਇਆ ਦੀ ਖੋਜ ਕਰਕੇ ਸਾਨੂੰ ਸਾਰਾ ਸਾਡੇ ਅੰਦਰ ਦਾ ਭੇਦ ਦਿੱਤਾ ਹੋਇਆ। ਤਾਈਆਂ ਮਾਰੇ ਕਹਿੰਦੇ ਜਿਹੜੇ ਗੁਰਮੁਖ ਨੇ ਉਹ ਫਿਰ ਇਸ ਕਾਇਆ ਦੀ ਖੋਜ ਕਰਦੇ, ਉਹ ਬਾਹਰੀ ਭਰਮ ਦੇ ਵਿੱਚ ਨਹੀਂ ਜਾਂਦੇ। ਉਹ ਫਰਮਾਉਂਦੇ ਨੇ ਗੁਰਮੁਖ ਹੋਵੇ ਸੋ ਕਾਇਆ ਖੋਜੇ,
ਹੋਰ ਸਭ ਭਰਮ ਭੁਲਾਈ। ਵੀ ਜਿਹੜੇ ਗੁਰਮੁਖ ਉਹ ਅੰਦਰ ਦੀ ਖੋਜ ਕਰਦੇ, ਕਾਇਆ ਦੀ ਖੋਜ ਕਰਦੇ, ਖੋਜੀ ਬਣ ਕੇ ਚੱਲਦੇ। ਹੁਣ ਅਸੀਂ ਖੋਜਣਾ ਕੀ, ਖੋਜ ਕਰਨੀ ਅਸੀਂ ਨਾਮ ਦੀ ਆਪਣੇ ਘਰ ਦੀ। ਹੁਣ ਜਦੋਂ ਆਪਾਂ ਸਤਿਗੁਰਾਂ ਪਾਸ ਆਉਂਦੇ ਹਾਂ, ਜਾਣੇ ਅਣਜਾਣੇ 'ਚ ਅਸੀਂ ਬੇਨਤੀ ਕਰਦੇ ਵੀ ਸਾਨੂੰ ਨਾਮ ਦੇ, ਅਤੇ ਮਹਾਰਾਜ ਕਹਿੰਦੇ ਨਾਮ ਤੁਹਾਡੇ ਅੰਦਰ ਹੈ, ਤੁਹਾਨੂੰ ਬਾਹਰੋਂ ਤਾਂ ਕਿਤੋਂ ਮਿਲਣਾ ਨਹੀਂ। ਸਾਡੀ ਇਸ ਦੇਹੀ ਦੇ ਵਿੱਚ ਜਿਹੜਾ ਨਾਮ ਹੈ ਉਹ ਮੌਜੂਦ ਫਰਮਾਉਂਦੇ ਨੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਵੀ ਸਾਡੀ ਦੇਹ ਵਿੱਚ ਹੁਣ ਆਪਾਂ ਨੂੰ ਬੜਾ ਸੌਖਾ ਕਰਕੇ ਦੱਸਦਾ ਵੀ ਤੁਹਾਡੇ ਅੰਦਰ। ਹੁਣ ਆਪਾਂ ਜਦੋਂ ਪੁੱਛਦੇ ਸਤਿਗੁਰਾਂ ਤੋਂ ਵੀ ਇਉਂ ਨਹੀਂ ਸਾਨੂੰ ਪਤਾ ਲੱਗਦਾ, ਵੀ ਤੁਸੀਂ ਤਾਂ ਛੋਟੇ ਜਿਹੇ ਸ਼ਬਦ 'ਚ ਹੀ ਕਹਿ ਤਾ ਵੀ ਤੁਹਾਡੇ ਅੰਦਰ ਹੈ, ਵੀ ਸਾਨੂੰ ਹੁਣ ਐਂ ਕਿਵੇਂ ਪਤਾ ਲੱਗੇ ਵੀ ਸਾਡੇ ਅੰਦਰ ਕਿੱਥੇ ਹੈ। ਮਹਾਰਾਜ ਕਹਿੰਦੇ ਵੀ ਫਿਰ ਤੁਸੀਂ ਖੋਜ ਕਰੋ, ਵੀ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਤੁਹਾਡੇ ਅੰਦਰ ਕਿੱਥੇ ਹੈ। ਹੁਣ ਜਦੋਂ ਫਿਰ ਆਪਾਂ ਖੋਜੀ ਬਣ ਕੇ ਚੱਲਾਂਗੇ ਵੀ ਸਾਡੇ ਅੰਦਰ ਨਾਮ ਕਿੱਥੇ ਹੈ, ਗੁਰਬਾਣੀ ਨੂੰ ਪੜ੍ਹਾਂਗੇ। ਆਪਾਂ ਕਹਿੰਦੇ ਸਾਡਾ ਮਨ ਨਹੀਂ ਟਿਕਦਾ ਬਾਣੀ ਪੜ੍ਹਦੇ, ਅਤੇ ਜੇ ਆਪਾਂ ਖੋਜੀ ਬਣ ਕੇ ਚੱਲਾਂਗੇ, ਜੇ ਆਪਾਂ ਨੂੰ ਕੋਈ ਬੁਲਾਏਗਾ ਵੀ ਸਾਨੂੰ ਉਹਦੀ ਆਵਾਜ਼ ਹੀ ਨਹੀਂ ਸੁਣ, ਕਿਉਂਕਿ ਖੋਜਦੇ ਖੋਜਦੇ ਸਾਡਾ ਮਨ ਇੰਨਾ ਸਹਿਜ ਦੇ ਵਿੱਚ, ਇੰਨਾ ਗਹਿਰਾਈ 'ਚ ਚਲਾ ਜਾਏ। ਜੇ ਫਿਰ ਵੀ ਕੋਈ ਉੱਚੀ ਆਵਾਜ਼ ਨਾਲ ਬੁਲਾਏਗਾ ਤਾਂ ਆਪਾਂ ਹੱਥ ਨਾਲ ਮਾੜਾ ਜਿਹਾ ਇਸ਼ਾਰਾ ਹੀ ਕਰਾਂਗੇ ਵੀ ਰੁਕ ਜਾਓ। ਵੀ ਜੇ ਸਾਡਾ ਮਾੜਾ ਜਿਹਾ ਮਨ ਇੱਧਰ ਤੁਹਾਡੇ ਵੱਲ ਚਲਾ ਗਿਆ ਪਾਸੇ, ਤਾਂ ਸਾਨੂੰ ਸਮਝ ਨਹੀਂ ਲੱਗਣੀ ਵੀ ਸਾਡੇ ਅੰਦਰ ਨਾਮ ਕਿੱਥੇ। ਫਿਰ ਖੋਜਦੇ ਖੋਜਦੇ ਉਹ ਸ਼ਬਦ ਆ ਜਾਂਦਾ ਜਿੱਥੇ ਮਹਾਰਾਜ ਦੱਸਦੇ ਵੀ ਸਾਡੇ ਅੰਦਰ ਨਾਮ ਕਿੱਥੇ। ਆਪਾਂ ਨੂੰ ਦੱਸਦੇ ਵੀ ਇੱਕ ਮੰਦਰ ਹੈ, ਜਿਹਨੂੰ ਕੋਠੜੀ ਕਹਿੰਦੇ, ਗੁਰਦੁਆਰਾ ਕਹਿੰਦੇ, ਮਸੀਤ ਕਹਿੰਦੇ, ਗੜ੍ਹ ਕਹਿੰਦੇ, ਨਿਜ ਮਹਿਲ ਕਹਿੰਦੇ, ਥਿਰ ਘਰ ਕਹਿੰਦੇ, 10ਵਾਂ ਦਵਾਰ ਕਹਿੰਦੇ। ਬਈ ਉਹਦੇ ਵਿੱਚ ਜਿਹੜਾ ਨਾਮ ਹੈ ਇਹ ਗੁਪਤ ਕਰਕੇ ਰੱਖਿਆ ਹੋਇਆ। ਮਹਾਰਾਜ ਫਰਮਾਉਂਦੇ, ਰਾਮ ਨਾਮ ਰਤਨ ਗੜ੍ਹ ਮੰਦਰ ਇੱਕ ਲਕਾਨੀ, ਸਤਿਗੁਰ ਮਿਲੇ ਤਾਂ ਖੋਜੀਏ ਮਿਲ ਜੋਤੀ ਜੋਤ ਸਮਾਨੀ। ਹੁਣ ਆਪਾਂ ਨੂੰ ਇੱਥੇ ਦੱਸਦਾ ਵੀ ਇੱਕ ਮੰਦਰ ਹੈ, ਗੜ੍ਹ ਹੈ, ਵੀ ਉਹਦੇ ਵਿੱਚ ਜਿਹੜਾ ਨਾਮ ਹੈ ਇਹ ਗੁਪਤ ਕਰਕੇ ਰੱਖਿਆ ਹੋਇਆ, ਵੀ ਲੁਕੋ ਕੇ ਰੱਖੇ। ਹੁਣ ਆਪਾਂ ਫਿਰ ਇਹ ਖੋਜਾਂਗੇ ਵੀ ਉਹ ਮੰਦਰ ਕਿਹੜਾ ਹੈ, ਉਹ ਗੜ੍ਹ ਕਿਹੜਾ ਹੈ, ਉਹ ਗੁਰਦੁਆਰਾ ਕਿਹੜਾ ਹੈ, ਉਹ ਨਿਜ ਮਹਿਲ ਕਿਹੜਾ, ਉਹ 10ਵਾਂ ਦਵਾਰ ਕਿਹੜਾ ਹੈ। ਫਿਰ ਖੋਜ ਸ਼ੁਰੂ ਹੋ ਗਈ। ਜਦੋਂ ਆਪਾਂ ਖੋਜਦੇ ਹਾਂ ਫਿਰ ਸਾਨੂੰ ਭੇਤ ਖੁੱਲ੍ਹਦਾ ਬਈ ਥਾਂ ਇੱਕੋ ਹੀ ਹੈ, ਸਿਰਫ ਵੱਖੋ ਵੱਖਰੀ ਭਾਸ਼ਾਵਾਂ ਦੇ ਵਿੱਚ ਉਸ ਸਥਾਨ ਦੇ ਨਾਂ ਰੱਖੇ ਨੇ, ਪਰ ਉਹ ਘਰ ਦੀ ਜਿਹੜੀਆਂ ਨਿਸ਼ਾਨੀ, ਉਹ ਨਿਸ਼ਾਨੀ ਇੱਕੋ ਹੀ ਦੱਸਦੇ ਨੇ। ਜਿਵੇਂ ਉਹਨੂੰ ਮਹਿਲ ਕਹਿ ਦਿੱਤਾ, ਨਿਜ ਮਹਿਲ, ਮਹਿਲ ਦੀ ਨਿਸ਼ਾਨੀ ਕੀ ਦੱਸਦੇ ਵੀ ਉੱਥੇ ਅਨਹਦ ਵਾਜੇ ਵੱਜਦੇ, ਉੱਥੇ ਅਨਹਦ ਧੁਨਾਂ ਵੱਜਦੀਆਂ, ਉੱਥੇ ਨਾਮ ਹੈ। ਮਹਾਰਾਜ ਫਰਮਾਉਂਦੇ, ਪੂਰੇ ਗੁਰ ਤੇ ਮਹਿਲ ਪਾਇਆ, ਪਤ ਪ੍ਰਗਟ ਲੋਈ, ਅਨਹਦ ਧੁਨੀ ਸਦ ਵੱਜਦੇ, ਮਿਲਿਆ ਹਰ ਸੋਈ। ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਇਹਨੂੰ ਮਹਿਲ ਕਹਿੰਦੇ। ਫਿਰ ਇਹਨੂੰ ਹੀ 10ਵਾਂ ਦਵਾਰ ਕਹਿੰਦੇ, ਅਤੇ 10ਵੇਂ ਦਵਾਰ ਦੀ ਵੀ ਨਿਸ਼ਾਨੀ ਹੋਈ ਉਹ ਦੱਸਦੀ ਵੀ ਉੱਥੇ ਦਿਨ ਰਾਤ ਅਨਹਦ ਵਾਜੇ ਵੱਜਦੀ। ਮਹਾਰਾਜ ਫਰਮਾਉਂਦੇ, 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਈ, ਉਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਨਾਵਣੀ। ਇਹਨੂੰ ਹੀ 10ਵਾਂ ਦਵਾਰ ਕਹਿ ਦਿੱਤਾ, ਇਹਨੂੰ ਹੀ ਨਿਜ ਮਹਿਲ ਕਹਿ ਦਿੱਤਾ, ਇਹਨੂੰ ਹੀ ਥਿਰ ਘਰ ਕਹਿ ਦਿੱਤਾ। ਜੋ ਆਪਾਂ ਨੂੰ ਕਹਿੰਦੇ ਨਾ, ਥਿਰ ਘਰ ਬੈਸੋ ਹਰ ਜਨ ਪਿਆਰੀ, ਸਤਿਗੁਰ ਤੁਮਰੀ ਕਾਜ ਸਵਾਰੀ। ਹੁਣ ਥਿਰ ਘਰ ਦੀ ਵੀ ਇਹੋ ਨਿਸ਼ਾਨੀ ਦੱਸ ਵੀ ਉੱਥੇ ਵੀ ਇਹ ਬਾਜੇ ਵੱਜਦੇ, ਘਰ ਮੇ ਘਰ ਦਿਖਾਈ ਦੇ, ਸੋ ਸਤਿਗੁਰ ਪੁਰਖ ਸੁਝਾਣ, 5 ਸ਼ਬਦ ਧਨਕਾਰ ਧੁਨ ਤੇ ਵਾਜੇ ਸ਼ਬਦ ਨਿਸ਼ਾਨ। ਇਸੇ ਨੂੰ ਹੀ ਸਹਿਜ ਗੁਫਾ ਦਾ ਨਾਂ ਦੇ ਦਿੱਤਾ ਵੀ ਇਹ ਸਹਿਜ ਗੁਫਾ ਹੈ। ਜਿੱਥੇ ਸਹਿਜ ਗੁਫਾ ਦੇ ਵਿੱਚ ਨਾਮ ਵੀ ਹੈ, ਉੱਥੇ ਸਹਿਜ ਗੁਫਾ ਦੇ ਵਿੱਚ ਹੀ ਮਾਲਕ ਵੀ ਬੈਠੇ, ਸਹਿਜ ਦੇ ਵਿੱਚ ਸਮਾਧੀ ਲਾ ਕੇ।
ਗੁਰੂ ਅਰਜਨ ਪਾਤਸ਼ਾਹ ਕਹਿੰਦੇ ਵੀ ਅਸੀਂ ਇਹ ਸਹਿਜ ਗੁਫਾ ਦੇ ਵਿੱਚ ਤਾੜੀ ਲਾ ਕੇ ਸਮਾਧੀ ਲਾ ਕੇ ਬੈਠੇ, ਜਿੱਥੇ ਨਿਸ਼ਾਨੀ ਕੀ ਸੀ ਉੱਥੇ ਅਨਹਦ ਵਾਜੇ ਵੱਜਦੇ ਸੀ। ਮਾਰੇ ਫਰਮਾਉਂਦੇ ਆਪਾਂ ਨੂੰ, ਅਨਹਦ ਵਾਜੇ ਸਹਿ ਸਹੇਲਾ, ਸ਼ਬਦ ਆਨੰਦ ਕਰੇ ਸਦਕੇਲਾ, ਸਹਿਜ ਗੁਫਾ ਮੇਂ ਤਾੜੀ ਲਾਈ, ਆਸਣ ਊਚ ਸਵਾਰਿਆ ਜੀ। ਬਈ ਉੱਚੀ ਥਾਂ 'ਤੇ ਆਸਣ ਲਾ ਕੇ ਬੈਠੇ ਅਤੇ ਉੱਥੇ ਨਿਸ਼ਾਨੀ ਕੀ ਸੀ, ਅਨਹਦ ਵਾਜੇ ਵੱਜਦੇ ਸੀ। ਉਹਨੂੰ ਫਿਰ ਸਹਿਜ ਗੁਫਾ ਵੀ ਕਹਿ ਦਿੱਤਾ। ਔਰ ਇਸੇ ਨੂੰ ਹੀ ਫਿਰ ਗੁਰਦੁਆਰਾ ਵੀ ਕਹਿ ਦਿੱਤਾ। ਜੋ ਆਬਾ ਪੜ੍ਹਦੇ ਰੋਜ਼ ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਏ। ਬਈ ਉਹ ਗੁਰਦੁਆਰੇ 'ਚ ਕੀ ਹੈ, ਉਹਦੀ ਵੀ ਨਿਸ਼ਾਨੀ ਇਹੀ ਵੀ ਉੱਥੇ ਅਨੇਕਾਂ ਸ਼ਬਦ ਵੱਜਦੇ ਨੇ, ਅਨਹਦ ਵਾਜੇ ਵੱਜਦੇ। ਹੁਣ ਆਪਾਂ ਨੂੰ ਫਿਰ ਭੇਦ ਖੁੱਲ੍ਹਦਾ ਵੀ ਥਾਂ ਇੱਕੋ ਹੀ ਹੈ, ਸਿਰਫ ਵੱਖੋ ਵੱਖਰੀ ਭਾਸ਼ਾਵਾਂ ਦੇ ਵਿੱਚ ਉਹ ਥਾਂ ਦੇ ਨਾਂ ਰੱਖੇ ਨੇ ਵੀ ਕਿਵੇਂ ਨਾ ਕਿਵੇਂ ਸਾਨੂੰ ਸਮਝ ਲੱਗ ਜੇ। ਕਿਸੇ ਨੂੰ ਮੰਦਰ ਕਹਿ ਕੇ ਸਮਝ ਲੱਗ ਜੇ, ਕਿਸੇ ਨੂੰ ਕੋਠੜੀ ਕਹਿ ਕੇ, ਕਿਸੇ ਨੂੰ ਮਸੀਤ ਕਹਿ ਕੇ, ਕਿਸੇ ਨੂੰ ਗੁਰਦੁਆਰਾ ਕਹਿ ਕੇ ਸਮਝ ਲੱਗ ਜੇ ਵੀ ਸਾਡੇ ਅੰਦਰ ਗੁਰਦੁਆਰਾ ਜਿਹਦੇ ਵਿੱਚ ਉਹ ਸ਼ਬਦ ਗੁਰੂ ਹੈ। ਜਿਵੇਂ ਹੁਣ ਆਪਾਂ ਗੁਰਦੁਆਰਾ ਸਾਹਿਬ ਆਉਂਦੇ ਹਾਂ ਅਤੇ ਇੱਥੇ ਸਤਿਗੁਰਾਂ ਦਾ ਪ੍ਰਕਾਸ਼, ਜਿਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਹਨੂੰ ਆਪਾਂ ਕਹਿੰਦੇ ਗੁਰਦੁਆਰਾ। ਔਰ ਇਸੇ ਤਰ੍ਹਾਂ ਹੀ ਜਿੱਥੇ ਸਾਡੇ ਅੰਦਰ ਉਹ ਸ਼ਬਦ ਗੁਰੂ ਹੈ, ਨਾਮ ਨਾਦ, ਉਹਨੂੰ ਗੁਰਦੁਆਰਾ ਕਹਿੰਦੇ। ਹੁਣ ਆਪਾਂ ਫਿਰ ਇਹ ਲੱਭਣਾ ਹੁਣ ਵੀ ਸਾਨੂੰ ਇਹ ਤਾਂ ਪਤਾ ਲੱਗ ਗਿਆ ਵੀ ਉਹ 10ਵਾਂ ਦੁਆਰ ਨਿਜ ਮਹਿਲ ਵੀ ਉਹਦੇ ਵਿੱਚ ਗੁਰਦੁਆਰੇ ਦੇ ਉਹ ਸ਼ਬਦ ਗੁਰੂ ਹੈ। ਹੁਣ ਉਹ 10ਵਾਂ ਦੁਆਰ ਹੈ ਕਿੱਥੇ, ਉਹ ਗੁਰਦੁਆਰਾ ਕਿੱਥੇ, ਫਿਰ ਖੋਜ ਸ਼ੁਰੂ ਹੋ ਗਈ। ਫਿਰ ਆਪਾਂ ਖੋਜਾਂਗੇ, ਲੱਭਾਂਗੇ। ਫਿਰ ਮਹਾਰਾਜ ਆਪਾਂ ਨੂੰ ਦੱਸਦੇ ਵੀ ਇਹ ਕਾਇਆ ਤੋਂ ਸਭ ਤੋਂ ਜਿਹੜਾ ਉੱਚਾ ਸਥਾਨ ਹੈ, ਉਹਨੇ ਆਪਣੇ ਇਹ ਸਿਰ 'ਤੇ ਕੇਸਾਂ ਦੇ ਨਾਲ ਉਹ ਗੜ੍ਹ ਹੈ। ਜਿਸੇ ਮਾਲਕ ਬੈਠੇ ਉਹ ਸਾਹਿਬ ਬੈਠੇ। ਅਤੇ ਇਹਦਾ ਹੀ ਨਮੂਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਅੰਮ੍ਰਿਤ ਤਿਆਰ ਕੀਤਾ, ਅਤੇ ਇਸੇ ਸਥਾਨ ਦੇ ਨਾਂ 'ਤੇ ਹੀ ਉਹ ਸਥਾਨ ਦਾ ਨਾਂ ਰੱਖਿਆ ਵੀ ਤਾਂ ਕਿ ਜਿਹੜੇ ਗੁਰਸਿੱਖ ਗੁਰਮੁਖ ਉੱਥੇ ਜਾਣਗੇ ਦਰਸ਼ਨ ਕਰਨ ਵਾਸਤੇ, ਜਿਹੜੇ ਉੱਥੇ ਸੰਤ ਸਾਧੂ ਹੋਣਗੇ ਉਹ ਸਾਨੂੰ ਭੇਤ ਦੇਣਗੇ ਅੰਦਰਲੇ ਗੜ੍ਹ ਦਾ ਵੀ ਜਿਵੇਂ ਤੁਸੀਂ ਇੱਥੇ ਚੱਲ ਕੇ ਆਏ ਹੋ ਇਸੇ ਤਰ੍ਹਾਂ ਹੀ ਤੁਹਾਡੇ ਅੰਦਰ ਗੜ੍ਹ ਹੈ, ਜਿਹਦੇ ਵਿੱਚ ਅੰਮ੍ਰਿਤ ਹੈ ਅਤੇ ਜਿਹਦੇ ਵਿੱਚ ਉਹ ਸਾਹਿਬ ਮਾਲਕ ਨਿਰੰਕਾਰ ਵਾਹਿਗੁਰੂ ਉਹ ਬੈਠੇ। ਮਹਾਰਾਜ ਇਸੇ ਸਥਾਨ ਦੇ ਨਾਂ 'ਤੇ ਫਿਰ ਉਹ ਸਥਾਨ ਦਾ ਨਾਂ ਰੱਖਿਆ ਕੇਸਗੜ੍ਹ ਸਾਹਿਬ। ਵੀ ਕੇਸ ਨੇ ਕੇਸਾਂ ਦੇ ਨਾਲ ਗੜ੍ਹ ਹੈ ਅਤੇ ਉਹਦੇ ਵਿੱਚ ਉਹ ਸਾਹਿਬ। ਹੌਲੀ ਉਹ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਭ ਤੋਂ ਉੱਚਾ ਸਥਾਨ, ਉੱਚੋ ਥਾਨ ਸੁਹਾਵਣੋ ਉੱਪਰ ਮਹਿਲ ਮਰਾਰ, ਸੱਚ ਕਰਨੇ ਤੇ ਪਾਈਏ ਦਰ ਘਰ ਮਹਿਲ ਪਿਆਰ। ਵੀ ਸਭ ਤੋਂ ਉੱਚਾ ਸਥਾਨ 'ਤੇ ਉਹ ਤੋਂ ਉੱਤੇ ਮਹਿਲ ਹੈ ਅਤੇ ਮਹਿਲ ਦੇ ਵਿੱਚ ਉਹ ਮਾਲਕ ਹੈ, ਉਹਦੇ ਵਿੱਚ ਉਹ ਸ਼ਬਦ ਗੁਰੂ ਹੈ, ਗੁਰਦੁਆਰੇ ਦੇ ਨਾਮ ਹੈ। ਫਿਰ ਹੁਣ ਆਪਾਂ ਇਹ ਲੱਭਾਂਗੇ ਵੀ ਇਹਨੂੰ ਹੁਣ ਦਰਵਾਜ਼ਾ ਕਿਹੜਾ ਲੱਗੇ, ਵੀ ਇਹ ਦਰਵਾਜ਼ੇ ਨੂੰ ਅਸੀਂ ਕਿਵੇਂ ਖੋਲ੍ਹ ਕੇ ਉਹ ਗੁਰਦੁਆਰੇ ਦੇ ਅੰਦਰ ਪ੍ਰਵੇਸ਼ ਹੋਈਏ, ਵਿੱਚ ਜਾਈਏ ਅੰਦਰ। ਫਿਰ ਆਪਾਂ ਨੂੰ ਮਹਾਰਾਜ ਦੱਸਦੇ ਵੀ ਇਹ ਨਿਜ ਮਹਿਲ ਦਾ ਜਿਹੜਾ ਦਰਵਾਜ਼ਾ ਹੈ ਇਹ ਪੁਰਾਣਾ ਦੁਆਰਾ ਬੰਦ ਕੀਤਾ ਹੋਇਆ। ਪੁਰਾਣ ਕਹਿੰਦੇ ਜਿਹੜੇ ਆਪਾਂ ਨੂੰ ਸਵਾਸ ਆਉਂਦੇ ਨੇ, ਇਹ ਆਪਾਂ ਨੂੰ ਨੱਕ ਰਾਹੀਂ ਇਹਨਾਂ ਨੂੰ 2 ਸੁਰਾਂ ਦਾ ਨਾਂ ਦਿੱਤਾ। ਹੁਣ ਇਹਦੇ ਵਿੱਚ ਇੱਕ ਪਾਸੇ ਸਵਾਸ ਜ਼ਿਆਦਾ ਆਉਂਦੇ, ਇੱਕ ਪਾਸੇ ਘੱਟ ਆਉਂਦੇ। ਇਹਦਾ ਸੰਤੁਲਨ ਵਿਗੜਿਆ ਹੋਇਆ, ਇਹਨੂੰ ਜਿੰਦਰਾ ਕਹਿੰਦੇ, ਲੱਗਿਆ ਹੋਇਆ। ਕਿਤੇ ਦਾ ਇਹਦਾ ਵਹਾਅ ਸੱਜੇ ਵੱਧ ਜਾਂਦਾ, ਖੱਬੇ ਘੱਟ ਜਾਂਦਾ, ਕਦੇ ਖੱਬੇ ਵੱਧ ਜਾਂਦਾ, ਸੱਜੇ ਘੱਟ ਜਾਂਦਾ, ਇਹ ਬਦਲਦਾ ਰਹਿੰਦਾ। ਔਰ ਜ਼ਿਆਦਾ ਕਿ ਦੋਵਾਂ ਸੁਰਾਂ ਦੇ ਵਿੱਚ ਇਹ ਪੌਣ ਇੱਕੋ ਜਿਹੀ ਬਰਾਬਰ ਨਹੀਂ ਚੱਲਦੀ, ਉਹਨਾਂ ਸਮੇਂ ਦਰ ਨਹੀਂ ਖੁੱਲ੍ਹਦਾ, ਦਰ ਬੰਦ ਰਹਿੰਦੇ। ਮਹਾਰਾਜ ਇਸ ਪ੍ਰਥਾਏ ਆਪਾਂ ਨੂੰ ਫਰਮਾਉਂਦੇ, ਖੱਟ ਨੇਮ ਕਰ ਕੋਠੜੀ ਬਾਧੀ,
ਵਸਤ ਅਨੂਪ ਵੀਚ ਪਾਈ, ਕੁੰਜੀ ਕੁਲਪ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ। ਵੀ ਮਾਲਕ ਨੇ, ਪਰਮਾਤਮਾ ਨੇ ਇਹ ਕੋਠੜੀ ਦੇ ਵਿੱਚ ਵਸਤੂ ਰੱਖ ਕੇ ਨਾਮ ਪ੍ਰਾਣਾਂ ਦਾ ਜਿੰਦਰਾ ਮਾਰ ਦਿੱਤੀ, ਪ੍ਰਾਣਾਂ ਦੀ ਵਿੱਚ ਚਾਬੀ ਰੱਖ ਦਿੱਤੀ। ਹੁਣ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਨਾਮ ਲੈਣਾ ਚਾਹੁੰਦੇ, ਨਾਮ ਦੀ ਪ੍ਰਾਪਤੀ ਕਰਨਾ ਚਾਹੁੰਦੇ, ਤੁਸੀਂ ਦਰ ਖੋਲ੍ਹ ਕੇ ਘਰ ਆ ਜਾਓ। ਜਦੋਂ ਤੁਸੀਂ ਘਰ ਆਓਗੇ ਤੁਹਾਨੂੰ ਨਾਮ ਦੀ ਦਾਤ ਮਿਲ ਜੀ। ਹੁਣ ਇਹ ਜਿਹੜਾ ਪ੍ਰਾਣਾਂ ਦਾ ਜਿੰਦਰਾ ਲੱਗਿਆ, ਇਹਨੂੰ ਅਸੀਂ ਕਦੇ ਖੋਲ੍ਹਿਆ ਨਹੀਂ। ਜਿਹੜੇ ਦਰਵਾਜ਼ੇ ਨੂੰ, ਜਿਹੜੇ ਜਿੰਦਰੇ ਨੂੰ ਅਸੀਂ ਖੋਲ੍ਹੀਏ ਇਹਨਾਂ ਨੂੰ ਜੰਗਾਲ ਲੱਗ ਜਾਂਦਾ। ਉਹ ਜਿਹਨੂੰ ਜੰਗਾਲ ਲੱਗ ਜਾਂਦਾ ਉਹਨੂੰ ਫਿਰ ਕਹਿੰਦੇ ਬੱਜਰ ਹੋ ਗਈ, ਬੱਜਰ ਕਪਾਟ ਹੋ ਗਈ, ਬੰਦ ਹੋ ਗਈ। ਹੁਣ ਇਹ ਜਿਹੜਾ ਬੱਜਰ ਕਪਾਟ ਹੋਇਆ ਇਹ ਗੁਰੂ ਦੇ ਸ਼ਬਦ ਦੁਆਰਾ ਖੁੱਲ੍ਹਦਾ, ਫਿਰ ਉਹਦਾ ਖੁੱਲ੍ਹਦਾ ਨਹੀਂ। ਮਾਰੇ ਫਰਮਾਉਂਦੇ ਬੱਜਰ ਕਪਾਟ, ਜੜੇ ਜੜ ਜਾਣੇ ਗੁਰ ਸ਼ਬਦੀ ਖਲਾਈਂਦਾ। ਵੀ ਇਹ ਜਿਹੜਾ ਬੱਜਰ ਬਣ ਗਿਆ, ਜਿਹੜਾ ਅਸੀਂ ਕਦੇ ਖੋਲ੍ਹਿਆ ਨਹੀਂ, ਹੁਣ ਇਹਨੇ ਗੁਰੂ ਦੇ ਸ਼ਬਦ ਦੁਆਰਾ ਖੁੱਲ੍ਹਣਾ। ਹੁਣ ਇਹ ਜਦੋਂ ਆਪਾਂ ਸਿਮਰਨ ਕਰਦੇ ਹਾਂ ਪ੍ਰਾਣਾਂ ਦੇ ਵਿੱਚ ਮਿਲ ਕੇ, ਜਦੋਂ ਆਪਣੇ ਸਵਾਸ ਅੰਦਰ ਨੂੰ ਜਾਂਦੇ ਆਪਾਂ ਵਾਹਿ ਬੋਲਦੇ ਹਾਂ, ਬਾਹਰ ਨੂੰ ਸਵਾਸ ਆਉਂਦਾ ਆਪਾਂ ਗੁਰੂ ਬੋਲਦੇ ਹਾਂ। ਹੁਣ ਜਿਉਂ-ਜਿਉਂ ਅਸੀਂ ਇਹ ਪ੍ਰਾਣਾਂ 'ਚ ਮਿਲ ਕੇ ਸਿਮਰਨ ਕਰਾਂਗੇ, ਆਪਦੀ ਆਵਾਜ਼ ਨੂੰ ਪੂਰਾ ਧਿਆਨ ਦੇ ਨਾਲ ਸੁਣਾਂਗੇ, ਸਾਡੀ ਇਹ ਜਿਹੜੀ ਪੌਣ ਹੈ ਪੌਣ ਸਮ ਹੋ ਜੀ, ਇੱਕੋ ਜੀ ਬਰਾਬਰ ਚੱਲਣੀ ਸ਼ੁਰੂ ਹੋ ਜੀ। ਜਦੋਂ ਇਹ ਪੌਣ ਸਾਡੀ ਬਰਾਬਰ ਹੋ ਜਾਂਦੀ ਤਾਂ ਦਰ ਖੁੱਲ੍ਹ ਜਾਂਦਾ। ਜਦੋਂ ਦਰ ਖੁੱਲ੍ਹੇਗਾ ਆਪਾਂ ਨੂੰ ਉਦੋਂ ਹੀ ਅਨਹਦ ਆਵਾਜ਼ੇ, ਅਨਹਦ ਧੁਨਾਂ ਸੁਣਨੀਆਂ ਸ਼ੁਰੂ ਹੋ ਜਾਂਦੀ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਇਹ ਦਰ ਨੂੰ ਇਸ ਤਰੀਕੇ ਨਾਲ ਖੋਲ੍ਹੋ। ਜਦ ਤੱਕ ਹੁਣ ਆਪਾਂ ਇਹ ਸਿਮਰਨ ਨਹੀਂ ਕਰਾਂਗੇ ਇਹ ਦਰ ਖੁੱਲ੍ਹੇਗਾ ਨਹੀਂ। ਜਦ ਤੱਕ ਦਰ ਨਹੀਂ ਖੁੱਲ੍ਹਦਾ ਅਸੀਂ ਘਰ ਨਹੀਂ ਜਾ ਸਕਦੇ। ਜਦ ਤੱਕ ਅਸੀਂ ਘਰ ਨਹੀਂ ਜਾਵਾਂਗੇ ਸਾਨੂੰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹੁਣ ਇਹਦੇ ਵਿੱਚ ਅੰਤਰ ਹੈ, ਜਿਵੇਂ ਅਸੀਂ ਅਰਦਾਸਾਂ ਤਾਂ ਰੋਜ਼ ਕਰੀ ਜਾਈਏ, ਚਾਹੇ ਵੀ ਸਾਨੂੰ ਨਾਮ ਦੇਵੋ ਜੀ, ਸਿੱਖਾਂ ਨੂੰ ਦਾਨਾ ਸਿਰ ਦਾਨ, ਨਾਮ ਦਾ ਦਾਨ ਦਿਓ। ਹੁਣ ਮਹਾਰਾਜ ਕਹਿੰਦੇ ਵੀ ਨਾਮ ਤਾਂ ਤੁਹਾਡੇ ਅੰਦਰ ਹੀ ਹੈ, ਤੁਹਾਨੂੰ ਕਿਤੋਂ ਬਾਹਰੋਂ ਥੋੜ੍ਹੀ ਮਿਲਣਾ। ਵੀ ਇਹ ਦਰ ਤੁਹਾਡਾ ਬੰਦ ਕੀਤਾ ਹੋਇਆ, ਤੁਸੀਂ ਸਿਮਰਨ ਕਰੋ, ਦਰ ਖੋਲ੍ਹੋ ਅਤੇ ਘਰੇ ਆ ਜਾਓ ਅਤੇ ਨਾਮ ਦੀ ਦਾਤ ਲੈ ਲਓ। ਹੁਣ ਜੇ ਤਾਂ ਅਸੀਂ ਘਰ ਜਾਵਾਂਗੇ, ਜੇ ਤਾਂ ਅਸੀਂ ਸਿਮਰਨ ਕਰਾਂਗੇ ਤਾਂ ਸਾਨੂੰ ਨਾਮ ਦੀ ਦਾਤ ਮਿਲ ਜਾਏਗੀ। ਜੇ ਅਸੀਂ ਸਿਰਫ ਉੱਦਾਂ ਹੀ ਮੰਗਣ ਤੱਕ ਹੀ ਸੀਮਤ, ਵੀ ਚਲੋ ਸਾਰੇ ਮੰਗਦੇ ਹੀ ਨੇ ਜੀ, ਸਾਰੇ ਬੋਲਦੇ ਹੀ ਨੇ, ਆਪਾਂ ਵੀ ਬੋਲ ਦਿੰਦੇ ਹਾਂ, ਇਹ 'ਚ ਕੀ ਹੈ ਬੋਲਣ। ਫਿਰ ਅਸੀਂ ਨਾਮ ਦੇ ਵਪਾਰੀ ਨਹੀਂ ਹੈ, ਕਿਉਂਕਿ ਜਿਹੜਾ ਵਪਾਰੀ ਹੈ ਨਾਮ ਦਾ, ਉਹਨੂੰ ਤਾਂ ਜਦ ਤੱਕ ਉਹ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਸਮਾਂ ਉਹਨੂੰ ਸਬਰ ਸੰਤੋਖ ਆਉਂਦਾ ਨਹੀਂ। ਕਿਉਂਕਿ ਜਿਹੜਾ ਵਪਾਰੀ ਹੈ, ਜਿਹੜਾ ਗਾਹਕ ਹੈ, ਉਹ ਤਾਂ ਕਹਿੰਦਾ ਵੀ ਜਦ ਤੱਕ ਮੈਨੂੰ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਸਮਾਂ ਮੈਂ ਰੁਕਣਾ ਨਹੀਂ, ਮੈਂ ਚੱਲਦੇ ਜਾਣਾ ਜਦ ਤੱਕ ਮੈਨੂੰ ਪ੍ਰਾਪਤੀ ਨਹੀਂ ਹੋਏਗੀ। ਜੇ ਹੁਣ ਅਸੀਂ ਨਾਮ ਦੇ ਗਾਹਕ ਹੀ ਨਹੀਂ, ਫਿਰ ਅਸੀਂ ਰੁਕ ਜਾਂਗੇ, ਫਿਰ ਅਸੀਂ ਚੱਲਾਂਗੇ ਹੀ ਨਹੀਂ। ਵੀ ਚਲੋ ਕੋਈ ਨਹੀਂ ਜੀ, ਲੈਣਾ ਕੀ ਆਪਾਂ ਨਾਮ ਤੋਂ। ਵੀ ਆਪਾਂ ਨੂੰ ਤਾਂ ਸੰਸਾਰ ਦੀਆਂ ਜਿਵੇਂ ਜੀਵ ਮੰਗਾਂ ਮੰਗਦਾ, ਮਾਇਆ ਦੀਆਂ ਦੁਨਿਆਵੀ, ਫਿਰ ਉਹਦਾ ਉਹ ਕੰਮ ਹੋਈ ਜਾਂਦਾ ਅਤੇ ਉਹ ਕਹਿੰਦਾ ਬਸ ਠੀਕ ਹੈ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਜੇ ਵਾਕਈ ਤੁਸੀਂ ਗਾਹਕ ਹੋ ਨਾਮ ਦੇ ਵਪਾਰੀ, ਫਿਰ ਤੁਸੀਂ ਇਹ ਦਰ ਨੂੰ ਖੋਲ੍ਹ ਕੇ ਘਰ ਆਓ। ਅਤੇ ਉਹਦੇ ਵਾਸਤੇ ਫਿਰ ਦਰ ਨੂੰ ਖੋਲ੍ਹਣ ਲਈ ਆਪਾਂ ਨੂੰ ਇਸੇ ਮਨ ਕਰਨਾ ਪੈਣਾ। ਜਿਉਂ-ਜਿਉਂ ਆਪਾਂ ਅਭਿਆਸ ਕਰਾਂਗੇ ਸਾਡੇ ਵਿਚਾਰ ਫੁਰਨੇ ਰੁਕਣਗੇ, ਸਾਡੀ ਪੌਣ ਸਮ ਹੋਏਗੀ, ਫਿਰ ਅਸੀਂ ਆਪਦੇ ਘਰ ਜਾਵਾਂਗੇ। ਜਦੋਂ ਅਸੀਂ ਘਰ ਚਲੇ ਗਏ ਇਹੀਓ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਨਿੱਜ ਮਹਿਲ 'ਚ ਆ ਜਾਓਗੇ ਦੁਬਾਰਾ ਤੁਹਾਡਾ ਫੇਰਾ ਨਹੀਂ ਹੋਏਗਾ, ਤੁਹਾਨੂੰ ਫੇਰ ਨਹੀਂ ਭੇਜਾਂਗੇ ਵਾਪਸ। ਉਹ ਵੀ ਆਪਾਂ ਪੜ੍ਹਦੇ ਰੋਜ਼, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏਗਾ ਫੇਰ। ਹੁਣ ਜੇ ਤਾਂ ਅਸੀਂ ਮਹਿਲ 'ਚ ਜਾਵਾਂਗੇ ਫੇਰ ਹੀ ਨਹੀਂ ਸਾਡਾ ਫੇਰਾ ਹੋਏਗਾ। ਜੇ ਹੁਣ ਅਸੀਂ ਮਹਿਲ 'ਚ ਜਾਵਾਂਗੇ ਹੀ ਨਹੀਂ, ਫਿਰ ਤਾਂ ਅਸੀਂ ਜੰਮਣ ਮਰਨ 'ਚ ਹੈਗੇ ਹੀ ਨਹੀਂ। ਫਿਰ ਤਾਂ ਅਸੀਂ ਵਾਪਸ ਕਾਰਾਂ ਦੇ ਵਿੱਚ ਜਾਵਾਂਗੇ।
ਸੋ ਤਾਂ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਕੱਲਾ ਤੁਸੀਂ ਪੜ੍ਹੋ ਹੀ ਨਾ, ਪੜ੍ਹ ਕੇ ਉਹ ਚੀਜ਼ ਨੂੰ ਕਮਾਵੋ ਅਤੇ ਮੰਨੋ, ਉਸ ਮੰਨ ਕੇ ਤੁਸੀਂ ਘਰ ਵਾਪਸ ਆਓ। ਜੇ ਤੁਸੀਂ ਸਦਾ ਸੁਖੀ ਹੋਣਾ ਚਾਹੁੰਦੇ ਹੋ, ਜੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਸਦਾ ਵਾਸਤੇ ਜੀਵਨ ਮੁਕਤ ਹੋਣਾ ਚਾਹੁੰਦੇ ਹੋ, ਅਮਰ ਪਦਵੀ ਹਾਸਲ ਕਰਨਾ ਚਾਹੁੰਦੇ ਹੋ, ਫਿਰ ਤੁਸੀਂ ਨਾਮ ਦੀ ਪ੍ਰਾਪਤੀ ਕਰੋ, ਕਿਉਂਕਿ ਨਾਮ ਤੋਂ ਬਿਨਾਂ ਕੋਈ ਮੁਕਤ ਨਹੀਂ ਹੋ ਸਕਦਾ। ਬਾਹਰੀ ਅਸੀਂ ਚਾਹੇ ਜਿੰਨਾ ਮਰਜ਼ੀ ਵਧੀਆ ਪਹਿਰਾਵਾ ਕਰ ਲਈਏ, ਬਾਹਰੀ ਸੰਸਾਰ 'ਚ ਚਾਹੇ ਸਾਡੀ ਜਿੰਨੀ ਮਰਜ਼ੀ ਮਹਿਮਾ ਹੋ ਜੀ, ਜੇ ਅਸੀਂ ਆਪਦੇ ਅੰਦਰੋਂ ਘਰ ਦੇ ਵਿੱਚ ਜਾ ਕੇ ਨਾਮ ਦੀ ਪ੍ਰਾਪਤੀ ਨਹੀਂ ਕਰਦੇ ਤਾਂ ਅਸੀਂ ਮੁਕਤ ਨਹੀਂ ਹੋ ਸਕਦੇ। ਮਹਾਰਾਜ ਸਾਨੂੰ ਬੜਾ ਸਪਸ਼ਟ ਸਮਝਾਉਂਦੇ, ਬਿਨ ਨਾਮੇ ਮੁਕਤ ਨਾ ਪਾਵੇ ਕੋਈ, ਵੀ ਨਾਮ ਤੋਂ ਬਿਨਾਂ ਕੋਈ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ। ਜੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਵਾਪਸ ਨਾ ਆਈਏ ਤਾਂ ਫਿਰ ਸਾਨੂੰ ਨਾਮ ਦੀ ਪ੍ਰਾਪਤੀ ਕਰਨੀ ਪੈਣੀ। ਨਾਮ ਤੋਂ ਬਿਨਾਂ ਕਿਸੇ ਵੀ ਜੀਵ ਨੂੰ ਮੁਕਤੀ ਨਹੀਂ ਮਿਲਦੀ। ਮਹਾਰਾਜ ਫਰਮਾਉਂਦੇ, ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹੇ ਉਪਦੇਸ਼ ਕਬੀਰਾ। ਬਾਬਾ ਕਬੀਰ ਜੀ ਕਹਿੰਦੇ ਵੀ ਨਾਮ ਤੋਂ ਬਿਨਾਂ ਵੀ ਕਿਸੇ ਦੀ ਗਤੀ ਹੋਈ, ਨਾਮ ਤੋਂ ਬਿਨਾਂ ਵੀ ਕੋਈ ਮੁਕਤ ਹੋਇਆ ਕਦੇ ਹੋ ਹੀ ਨਹੀਂ ਸਕਦਾ। ਜੇ ਤੁਸੀਂ ਜੀਵਨ ਮੁਕਤ ਹੋਣਾ ਚਾਹੁੰਦੇ, ਫਿਰ ਤੁਸੀਂ ਕਹਿੰਦੇ ਅੰਦਰੋਂ ਨਾਮ ਦੇ ਨਾਲ ਜੁੜੋ। ਜੇ ਹੁਣ ਅਸੀਂ ਬਾਹਰੀ ਪਹਿਰਾਵਾ ਕਰ ਲਿਆ ਬੇਸ਼ੱਕ ਗੁਰਮੁਖਾਂ ਵਾਲਾ, ਪਰ ਅੰਦਰੋਂ ਅਸੀਂ ਨਾਮ ਦੇ ਨਾਲ ਨਹੀਂ ਜੁੜੇ, ਨਹੀਂ ਅਸੀਂ ਆਪਦੇ ਘਰ ਗਏ, ਫਿਰ ਸਾਨੂੰ ਗੁਰਮੁਖ ਕਹਿ ਕੇ ਹੀ ਸਮਝਾ ਦਿੱਤਾ ਵੀ ਤੁਸੀਂ ਇਹ ਨਾ ਸਮਝਿਓ ਵੀ ਇਕੱਲਾ ਪਹਿਰਾਵਾ ਕਰਕੇ ਅਸੀਂ ਮੁਕਤ ਹੋ ਜਾਵਾਂਗੇ। ਤੁਸੀਂ ਜਨਮ ਮਰਨ ਦੇ ਵਿੱਚ ਵਾਪਸ ਤੁਸੀਂ ਫਿਰ ਅਕਾਰਾਂ 'ਚ ਚਲੇ ਜਾਓਗੇ। ਮਹਾਰਾਜ ਫਰਮਾਉਂਦੇ, ਜਿਨ ਗੁਰਮੁਖ ਨਾਮ ਨਾ ਬੂਝਿਆ, ਮਰ ਜਨਮੇ ਆਵੇ ਜਾਏ। ਬਈ ਜਿਨ੍ਹਾਂ ਗੁਰਮੁਖਾਂ ਨੇ ਨਹੀਂ ਨਾਮ ਨੂੰ ਬੁੱਝਿਆ, ਉਹ ਜਨਮ ਮਰਨ 'ਚ ਉਹ ਵਾਪਸ ਫਿਰ ਅਕਾਰਾਂ 'ਚ ਜਾਣਗੇ। ਦੇ ਸਤਿਗੁਰ ਕਹਿੰਦੇ, ਜੇ ਹੁਣ ਅਸੀਂ ਬਾਹਰੋਂ ਗੁਰਮੁਖ ਖਵਾ ਕੇ ਵੀ, ਅਸੀਂ ਸਾਬਤ ਸੂਰਤ ਹੋ ਕੇ ਵੀ, ਪਹਿਰਾਵਾ ਪਾ ਕੇ ਵੀ, ਉਹਦਾ ਅਸੀਂ ਕਹਿੰਦੇ ਹਾਂ ਵੀ ਸਾਡਾ ਸ਼ਬਦ ਗੁਰੂ ਹੈ, ਅਸੀਂ ਪੁਜਾਰੀ ਹਾਂ ਸ਼ਬਦ ਗੁਰੂ ਦੇ। ਔਰ ਉਹ ਸ਼ਬਦ ਗੁਰੂ ਦੀ ਅਸੀਂ ਸੇਵਾ ਨਹੀਂ ਕੀਤੀ, ਕਿਉਂਕਿ ਅਸੀਂ ਕਦੇ ਗੁਰਦੁਆਰੇ ਨਹੀਂ ਗਏ ਅੰਦਰਲੇ, ਸਾਨੂੰ ਉਹ ਗੁਰਦੁਆਰੇ ਦਾ ਪਤਾ ਨਹੀਂ ਜਿੱਥੇ ਉਹ ਸ਼ਬਦ ਗੁਰੂ ਹੈ। ਫਿਰ ਮਹਾਰਾਜ ਕਹਿੰਦੇ ਵੀ ਇਹਨਾਂ ਨੇ ਸ਼ਬਦ ਗੁਰੂ ਤੋਂ ਬਿਨਾਂ ਤੇ ਆਪਦਾ ਜਿਹੜਾ ਜੀਵਨ ਸੀ ਸਾਰਾ ਵਿਅਰਥ ਹੀ ਬਰਬਾਦ ਕਰ ਲਿਆ। ਵੀ ਇਹਨਾਂ ਨੇ ਸ਼ਬਦ ਗੁਰੂ ਦੀ ਤਾਂ ਕਦੇ ਸੇਵਾ ਹੀ ਨਹੀਂ ਕੀਤੀ, ਕਦੇ ਆਪਦੇ ਘਰ ਗਏ ਹੀ ਨਹੀਂ ਹੈ। ਮਹਾਰਾਜ ਫਰਮਾਉਂਦੇ, ਜਿਨ ਹਰ ਕਾ ਨਾਮ ਨ ਗੁਰਮੁਖ ਜਾਤਾ, ਸੇ ਜਗ ਮੇ ਕਾਹੇ ਆਇਆ। ਗੁਰ ਕੀ ਸੇਵਾ ਕਦੇ ਨਾ ਕੀਨੀ, ਵਿਰਥਾ ਜਨਮ ਗਵਾਇਆ। ਮਹਾਰਾਜ ਕਹਿੰਦੇ ਵੀ ਜਿਹੜੇ ਗੁਰਮੁਖਾਂ ਨੇ ਉਹ ਸ਼ਬਦ ਗੁਰੂ ਨੂੰ ਨਹੀਂ ਜਾਣਿਆ, ਨਹੀਂ ਨਾਮ ਨੂੰ ਜਾਣਿਆ, ਬਈ ਉਹਨਾਂ ਨੇ ਕਦੇ ਸ਼ਬਦ ਗੁਰੂ ਦੀ ਸੇਵਾ ਨਹੀਂ ਕੀਤੀ ਅਤੇ ਉਹਨਾਂ ਨੇ ਜੀਵਨ ਆਪਦਾ ਜਿਹੜਾ ਉਹ ਸਾਰਾ ਵਿਅਰਥ ਹੀ ਖਰਾਬ ਕਰ ਲਿਆ ਨਾਮ ਤੋਂ ਬਿਨਾਂ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਤੁਸੀਂ ਜੀਵਨ ਮੁਕਤ ਹੋਣਾ ਚਾਹੁੰਦੇ, ਫਿਰ ਤੁਸੀਂ ਆਪਦੇ ਘਰ ਆਵੋ ਅਤੇ ਤੁਸੀਂ ਨਾਮ ਦੇ ਨਾਲ ਜੁੜੋ। ਹੁਣ ਘਰ ਜਾਣ ਵਾਸਤੇ, ਦਰ ਨੂੰ ਖੋਲ੍ਹਣ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਇਹ ਸਵਾਸ ਗਿਰਾਸ ਸਿਮਰਨ ਅਭਿਆਸ ਦੱਸਦੇ ਨੇ, ਆਓ ਹੁਣ ਕਿਵੇਂ ਅਸੀਂ ਇਹ ਦਰ ਨੂੰ ਖੋਲ੍ਹਣਾ, ਕਿਵੇਂ ਅਸੀਂ ਆਪਦੇ ਘਰ ਜਾਣਾ, ਉਹਦੇ ਵਾਸਤੇ ਆਪਾਂ ਸਾਰਿਆਂ ਨੇ ਮਿਲ ਕੇ ਅਭਿਆਸ ਕਰਨਾ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪਾਂ ਅਭਿਆਸ ਕਰਦੇ ਹਾਂ, ਇਹਦੇ ਨਾਲ ਜਿਹੜਾ ਆਪਣਾ ਪਾਉਣ ਦਾ ਸੰਤੁਲਨ ਵਿਗੜਿਆ ਹੁੰਦਾ, ਇਹ ਸਮ ਹੋ ਜਾਂਦੀ। ਜਦੋਂ ਸਮ ਹੋਏਗੀ ਤੇ ਫਿਰ ਇਹ ਦਰ ਖੁੱਲ੍ਹ ਜਾਂਦੀ, ਫਿਰ ਅਸੀਂ ਆਪਦੇ ਘਰ ਚਲੇ ਜਾਂਦੇ। ਜਦੋਂ ਅਸੀਂ ਆਪਦੇ ਘਰ ਜਾਵਾਂਗੇ, ਉੱਥੇ ਕੋਈ ਵਿਚਾਰ ਨਹੀਂ ਹੈ, ਉੱਥੇ ਕੋਈ ਫੁਰਨਾ ਨਹੀਂ ਆਉਂਦਾ। ਜਦੋਂ ਅਸੀਂ ਇੱਧਰ ਮਾਇਆ ਦੇ ਘਰ 'ਚ ਹੁੰਦੇ, ਬਗਾਨੇ ਘਰ, ਇਹਨੂੰ ਕਾਲ ਦਾ ਦੇਸ਼ ਕਹਿੰਦੇ, ਇਹਨੂੰ ਵਿਚਾਰਾਂ ਦਾ, ਫੁਰਨਿਆਂ ਦਾ ਦੇਸ਼ ਕਹਿੰਦੇ। ਇੱਧਰ ਸਾਰਾ ਫਿਰ ਅਕੇਲੇ ਵਿਚਾਰਾਂ ਦਾ ਚੱਲਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਵਿਚਾਰਾਂ 'ਚ ਹੀ ਦੁੱਖ, ਕਿਉਂਕਿ ਇੱਧਰ ਸਾਰਾ ਖੇਲ ਵਿਚਾਰਾਂ ਦਾ ਹੋਣ ਕਰਕੇ ਵਿਚਾਰਾਂ ਦੇ ਵਿੱਚ ਹੀ ਪਾਪ ਪੁੰਨ ਨੇ, ਵਿਚਾਰਾਂ ਦੇ ਵਿੱਚ ਹੀ ਦੁੱਖ ਸੁੱਖ, ਅਤੇ ਵਿਚਾਰਾਂ ਦੇ ਹੀ ਸਾਡੇ ਇਹ ਸਾਰੇ ਰਿਸ਼ਤੇ ਨਾਤੇ ਨੇ, ਜਿਹਦੇ ਨਾਲ ਤਾਂ ਆਪਣੇ ਵਿਚਾਰ ਮਿਲਦੇ ਰਿਸ਼ਤਾ। ਜਦੋਂ ਵਿਚਾਰਾਂ ਦਾ ਟਕਰਾਅ ਹੋ ਜਾਂਦਾ, ਰਿਸ਼ਤਾ ਖਤਮ ਹੋ ਜਾਂਦਾ, ਕਿਉਂਕਿ ਇਹ ਸਾਰਾ ਇੱਧਰ ਵਿਚਾਰਾਂ ਦਾ ਖੇਲ ਚੱਲਦਾ, ਵਿਚਾਰਾਂ ਦੇ ਰਿਸ਼ਤੇ ਨਾਤੇ। ਹੁਣ ਆਪਣਾ ਕਿਸੇ ਨਾਲ ਵਿਚਾਰਾਂ ਦਾ ਨਾ ਟਕਰਾਅ ਹੋਵੇ, ਉਹਦੇ ਵਾਸਤੇ ਫਿਰ ਇਹ ਆਪਾਂ ਸਿਮਰਨ ਕਰਦੇ ਰਹਿਣਾ। ਜਦੋਂ ਅਸੀਂ ਸਿਮਰਨ ਕਰਦੇ ਰਹਾਂਗੇ, ਵਿਚਾਰਾਂ ਦਾ ਟਕਰਾਅ ਨਹੀਂ ਹੋਏਗਾ। ਜਦੋਂ ਵਿਚਾਰਾਂ ਦਾ ਟਕਰਾਅ ਨਹੀਂ ਹੋਏਗਾ, ਸਾਡੇ ਅੰਦਰ ਦੁਬਦਾ ਨਹੀਂ ਆਏਗੀ, ਸਾਡੇ ਅੰਦਰ ਕਲਾ ਕਲੇਸ਼ ਨਹੀਂ ਪੈਦਾ ਹੋਊਗਾ। ਕਿਉਂਕਿ ਜਦੋਂ ਸਾਡਾ ਵਿਚਾਰਾਂ ਦਾ ਟਕਰਾਅ ਹੁੰਦਾ, ਫਿਰ ਹੀ ਸਾਡੇ ਅੰਦਰ ਵੈਰ ਵਿਰੋਧ ਆਉਂਦਾ, ਫਿਰ ਹੀ ਸਾਡੇ ਅੰਦਰ ਦੁਬਦਾ ਆਉਂਦੀ।
ਹੁਣ ਆਪਾਂ ਨੂੰ ਫਿਰ ਇਸ ਲਈ ਜੀਵਨ ਦੀ ਜਾਚ ਸਿਖਾਈਏ ਵੀ ਤਾਂ ਕਿ ਸਾਡਾ ਵਿਚਾਰਾਂ ਦਾ ਟਕਰਾਅ ਨਾ ਹੋਵੇ। ਉਹਦੇ ਵਾਸਤੇ ਇਹ ਆਪਾਂ ਸਿਮਰਨ ਕਰਦੇ ਰਹਾਂਗੇ ਅਤੇ ਨਾਲ ਨਾਲ ਮਨ ਨੂੰ ਗਿਆਨ ਦੀ ਮੱਤ, ਗੁਰੂ ਦੀ ਮੱਤ ਦਿੰਦੇ ਰਹਾਂਗੇ। ਫਿਰ ਇਹ ਸਾਡਾ ਮਨ ਦੁਵਿਧਾ 'ਚ ਨਹੀਂ ਜਾਏਗਾ ਅਤੇ ਅਸੀਂ ਦੁਖੀ ਨਹੀਂ ਹੋਵਾਂਗੇ। ਦੁਰਮਤ ਦੀ ਅਗਨ ਸਾਨੂੰ ਸਾੜੇਗੀ ਨਹੀਂ। ਇਸ ਵਾਸਤੇ ਫਿਰ ਕਹਿੰਦੇ ਵੀ ਉਹਨੂੰ ਸਿਮਰੋ, ਮਾਲਕ ਨੂੰ, ਵੀ ਜਿਹਦਾ ਸਿਮਰਨ ਕੀਤੇ ਆ ਸਾਡੇ ਮਨ ਨੂੰ ਸੁੱਖ ਮਿਲਦਾ, ਸ਼ਾਂਤੀ ਆਉਂਦੀ। ਫਰਮਾਉਂਦੇ ਨਾਨਕ ਸੋਈ ਸੇਵੀਏ ਜਿਤ ਸੇਵਿਆਂ ਦੁੱਖ ਜਾਏ। ਵੀ ਮਾਲਕ ਦਾ ਸਿਮਰਨ ਕਰੋ, ਪਰਮਾਤਮਾ ਦਾ, ਜਿਹਦਾ ਸਿਮਰਨ ਕੀਤੇ ਆ ਸਾਡੇ ਮਨ ਦੇ ਦੁੱਖ ਖਤਮ ਹੁੰਦੇ, ਸਾਡਾ ਕਲਾ ਕਲੇਸ਼ ਵਿਚਾਰ ਖਤਮ ਹੁੰਦੇ। ਇਸ ਵਾਸਤੇ ਹੁਣ ਗੁਰਮੁਖ ਪਿਆਰੇ ਵੀ ਆਪਾਂ ਵੱਧ ਤੋਂ ਵੱਧ ਬਹਿੰਦੇ ਉੱਠਦੇ ਕੰਮ ਕਾਰ ਕਰਦੇ ਸਿਮਰਨ ਅਭਿਆਸ ਕਰਦੇ ਰਹਿਣ। ਗੁਰਬਾਣੀ ਗੁਰੂ ਨੂੰ ਜਦੋਂ ਵੀ ਪੜ੍ਹਨਾ ਖੋਜੀ ਬਣ ਕੇ ਪੜ੍ਹਨਾ, ਵਿਚਾਰ ਕੇ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਜਦੋਂ ਅਸੀਂ ਵਿਚਾਰਾਂਗੇ ਸਹਿਜ ਦੇ ਵਿੱਚ, ਸਾਰੀ ਗੁਰਬਾਣੀ ਗੁਰੂ 'ਚ ਅੰਮ੍ਰਿਤ ਹੈ, ਸਾਡਾ ਮਨ ਧੋਤਾ ਜਾਏਗਾ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ, ਜਿੰਨੀ ਆਪਾਂ ਸੰਗਤ ਕਰਦੇ ਓਨਾ ਹੀ ਆਪਾਂ ਨੂੰ ਜੀਵਨ ਦਾ ਲਾਹਾ ਹੈ। ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਅਤੇ ਜੋ ਆਪਣਾ ਸਮਾਗਮ ਹੁੰਦਾ ਕੱਲ੍ਹ ਨੂੰ ਸ਼ਨੀਵਾਰ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ, ਸੋ ਆਪਾਂ ਸਾਰਿਆਂ ਨੇ ਕੱਲ੍ਹ ਨੂੰ ਜਾਣਾ ਸੰਗਤ ਕਰਨ ਵਾਸਤੇ। ਇਹੋ ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਉਪਦੇਸ਼ ਦਿੰਦੇ, ਗੁਰਮੁਖ ਆਪਾਂ ਨੂੰ ਦ੍ਰਿੜ ਕਰਾਉਣਗੇ, ਚਾਹੇ ਉਹ ਢਾਡੀ ਵਾਰਾਂ ਰਾਹੀਂ, ਕੀਰਤਨ ਰਾਹੀਂ, ਕਵੀਸ਼ਰੀ ਰਾਹੀਂ ਅਤੇ ਕਥ ਕਹਾਣੀ ਰਾਹੀਂ। ਸੋ ਆਪਾਂ ਵੱਧ ਤੋਂ ਵੱਧ ਸੰਗਤ ਕਰਕੇ ਆਪਣੇ ਜੀਵਨ ਦਾ ਲਾਹਾ ਖੱਟਣਾ। ਸਮੇਂ ਸਿਰ ਆਪਾਂ ਕੱਲ੍ਹ ਨੂੰ 6 ਵਜੇ ਤੱਕ ਸਾਰੇ ਗੁਰਮੁਖ ਆ ਜਿਆ ਕਰੋ, ਵੀ ਤਾਂ ਕਿ ਸਮੇਂ ਨਾਲ ਆਪਾਂ ਚੱਲ ਕੇ ਵੱਧ ਤੋਂ ਵੱਧ ਸੰਗਤ ਦੇ ਵਿੱਚ ਜਾ ਕੇ ਆਪਾਂ ਲਾਹਾ ਖੱਟ ਸਕੀਏ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿ